ਪੁਰਸ਼ਾਂ ਵੱਲੋਂ ਸਮੁੱਚੀ ਸੰਗਤ ਵੱਲੋਂ ਸੰਪਰਦਾਇ ਵੱਲੋਂ ਸਟੇਜ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ। ਸਤਿਕਾਰਯੋਗ ਸਾਧ ਸੰਗਤ ਜੀ, ਹੁਣ ਮੈਂ ਅਦਬ ਸਤਿਕਾਰ ਸਹਿਤ ਬੇਨਤੀ ਕਰਾਂਗਾ ਸਿੱਖ ਪੰਥ ਦੀ ਮਾਇਆਨਾਦ ਹਸਤੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ, ਉਹ ਆਪ ਸਿੱਖ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਾਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਦੇ ਕੀਰਤਨ ਕਰਨ ਵਾਲੇ ਗੁਰੂ ਕੇ ਲਾਲ, ਗੁਰਮੁਖਾਂ ਨੇ ਸਮਾਪਤੀ ਦੇ ਸਮੇਂ ਆਪ ਜੀ ਨੂੰ ਦੋ ਸ਼ਬਦ ਸਰਵਣ ਕਰਾਏ ਨੇ। ਇੱਕ ਸ਼ਬਦ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਤੇ ਨਿਮਾਣੇ ਜੀਵ ਨੂੰ ਲੱਖ ਖੁਸ਼ੀਆਂ ਤੇ ਪਾਤਸ਼ਾਹੀਆਂ ਮਿਲ ਸਕਦੀਆਂ ਹਨ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਤੇ ਦੂਸਰਾ, ਉਹਨਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਇੱਕ ਪੰਕਤੀ ਵਾਰ-ਵਾਰ ਗਾਇਨ ਕੀਤਾ ਹੈ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਜਦੋਂ ਉਹਨਾਂ ਗੁਰੂ ਕੇ ਪਿਆਰਿਆਂ ਨੇ ਇਹ ਦੋ ਸ਼ਬਦ ਸਰਵਣ ਕਰਾਏ ਤੇ ਮੇਰੇ ਮਨ ਦੀ ਵਿਚਾਰ ਸੀ ਕਿ ਮੈਂ ਕਿਹੜੇ ਸ਼ਬਦ ਦੀ ਵਿਆਖਿਆ ਕਰਾਂ, ਔਰ ਮੈਂ ਅੰਤਮ ਨਿਰਣਾ ਕੀਤਾ ਹੈ ਜਿਹੜਾ ਉਹਨਾਂ ਗੁਰਮੁਖਾਂ ਨੇ ਇਹ ਵਾਰਤੀ ਦੇ ਸਮੇਂ ਭਾਈ ਗੁਰਦਾਸ ਦੀ ਪੰਕਤੀ ਪੜ੍ਹੀ ਹੈ ਨਾ, ਇਹਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰਾਂ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਤੁਸੀਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਜੋਤੀ ਜੋ ਸਮਾਉਣ ਦਾ ਕਿਤੇ ਇਤਿਹਾਸ ਪੜ੍ਹਨਾ,
ਜਿੱਦਣ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਜੋਤੀ ਜੋ ਸਮਾਏ ਨੇ ਨਾ, ਉਹਨਾਂ ਨੇ ਇਸ ਮਾਰੂ ਰਾਗ ਦਾ ਸ਼ਬਦ ਉਚਾਰ ਕਰਕੇ ਤੇ ਇਹਦੀ ਵਿਆਖਿਆ ਵੀ ਕੀਤੀ ਸੀ। ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ, ਤਿਆਗਣਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ। ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ। ਇਹ ਸ਼ਬਦ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦਾ ਮਾਰੂ ਰਾਗ ਵਿੱਚ ਉਚਾਰਿਆ ਹੋਇਆ ਸ਼ਬਦ ਹੈ। ਇਹਦੇ ਅੱਖਰੀ ਅਰਥ ਨੇ ਗੁਰਮੁਖੋ ਜਾਗਣਾ ਉਹ ਚੰਗਾ ਹੈ ਜਿਹੜਾ ਹਰੀ ਦੀ ਵਡਿਆਈ ਕਰਦਿਆਂ ਜਾਗਿਆ ਜਾਏ। ਕੱਲਾ ਜਾਗਣ ਨਾਲ ਬਾਤ ਨਹੀਂ ਬਣਨੀ। ਨਾਲ ਗੁਰਦੇਵ ਦੇ ਬੋਲ ਨੇ, ਜਾਗਣਾ ਜਾਗਨ ਨੀਕਾ ਹਾਰ ਕੀਰਤਨ ਮੈਂ ਜਾਗਣਾ। ਗੁਰਮੁਖਾ ਤੇਰਾ ਜਾਗਿਆ ਤਾਂ ਸਕਲਾ ਜੇ ਪ੍ਰਮਾਤਮਾ ਦੀ ਵਡਿਆਈ ਵਿੱਚ ਜਾਗਿਆ ਜਾਏ। ਇਹ ਗੱਲ ਹਜ਼ੂਰ ਨੇ ਕਹੀ ਕਿਉਂ? ਰਾਤ ਨੂੰ ਚੋਰ ਵੀ ਜਾਗਦਾ ਹੈ, ਰਾਤ ਨੂੰ ਵਿਚਾਰੀ ਵੀ ਜਾਗਦਾ ਹੈ, ਰਾਤ ਨੂੰ ਬਿਮਾਰ ਵੀ ਜਾਗਦਾ ਹੈ, ਪਰ ਉਹ ਜਾਗਣਾ ਕਿਸੇ ਲੇਖੇ ਵਿੱਚ ਨਹੀਂ। ਚੋਰ ਜਾਗਦਾ ਹੈ ਕਿਸੇ ਦੇ ਧਨ ਨੂੰ ਲੁੱਟਣ ਲਈ, ਯਾਰ ਜਾਗਦਾ ਕਿਸੇ ਤੇ ਤਨ ਤੇ ਹਮਲਾ ਕਰਨ ਲਈ। ਇਹ ਜਾਗਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ, ਉਹਨਾਂ ਨੇ 10ਵੀਂ ਵਾਰ ਵਿੱਚ 30 ਮਹਾਨ ਗੁਰਮੁਖ ਪਿਆਰਿਆਂ ਦਾ ਜ਼ਿਕਰ ਕੀਤਾ ਹੈ। ਜਦੋਂ ਇਹ ਗੁਰੂ ਕੇ ਲਾਲ ਇਹ ਪੰਕਤੀ ਪੜ੍ਹਦੇ ਸਨ ਤੇ ਮੇਰੀ ਸੁਰਤੀ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਵੱਲ ਚਲੀ ਗਈ। ਜਾਗਣ ਦੀ ਗੱਲ ਕਰ ਰਹੇ ਆਪਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਬੇ ਸੈਣੀ ਦਾ ਜ਼ਿਕਰ ਕੀਤਾ ਹੈ, ਰਾਣੀ ਤਾਰਾਂ ਦਾ ਜ਼ਿਕਰ ਕੀਤਾ ਹੈ, ਰਾਤ ਦੇ ਜਾਗਣ ਦੀ ਬਾਤ। ਉਹ ਕਹਿੰਦੇ ਨੇ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਨਾਈ। ਬਾਬੇ ਸੈਨੇ ਦੀ ਬਾਣੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਦਰਜ ਹੈ। ਡੀਪਲੀ ਵਿਚਾਰਿਆ ਕਰੋ ਤੇ ਇੱਕ ਇੱਕ ਨੁਕਤੇ ਨੂੰ ਸੋਚਿਆ ਕਰੋ। ਆਪਾਂ ਕਿਸੇ ਨੂੰ ਚੋਰੀ ਕਰਦਿਆਂ ਵੇਖ ਕੇ ਚੋਰ ਬਣਨ ਦਾ ਯਤਨ ਕਰਦੇ ਆ। ਬਾਬਾ ਕਬੀਰ ਇੱਕ ਆਮ ਸਧਾਰਨ ਪਰਿਵਾਰ ਵਿੱਚ ਹੋਇਆ ਹੈ ਤੇ ਗੁਰੂ ਪੰਚਮ ਪਾਤਸ਼ਾਹ ਨੇ ਸ਼ਬਦ ਉਚਾਰਿਆ, ਮਹੱਲਾ ਪੰਜਵਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ਿਬਰੋ ਹੋਇਓ ਲਖੀਣਾ। ਜਿਹਨੂੰ ਸੰਤ ਬਾਬਾ ਅਦਰ ਸਿੰਘ ਮਸਤੂਵਾਣੇ ਵਾਲੇ ਆਮ ਧਾਰਨਾ ਬਣਾ ਕਰਕੇ ਧਾਰਨਾ ਲਾਉਂਦੇ ਹੁੰਦੇ ਸਨ। ਅੱਧੀ ਦਮੜੀ ਦਾ ਸ਼ਮਰ ਸ਼ੀਵਾ ਪ੍ਰਭੂ ਦਾ ਨਾਮ ਜਪਣ ਕਰਕੇ ਲੱਖਾਂ ਦਾ ਹੋ ਗਿਆ। ਗੁਰਦੇਵ ਕਹਿੰਦੇ ਨੇ, ਗੋਬਿੰਦ 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 ਸੰਗ। ਸੰਗ ਦਾ ਭਾਵ ਹੁੰਦਾ ਇੱਕ ਮਿਕ ਹੋਣਾ। ਮਾਫੀ ਦੇਣੀ, ਆਪਾਂ ਵੀ ਗੋਬਿੰਦ ਦਾ ਨਾਮ ਲੈਨੇ ਪਰ ਸੰਗ ਨਹੀਂ ਕਰਦੇ। ਦਸਮ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਕਥਾ ਆਉਂਦੀ ਹੈ, ਸਿੰਘਾਂ ਨੇ ਸਵਾਲ ਕੀਤਾ ਵੀ ਪਾਤਸ਼ਾਹ ਬਾਣੀ ਪੜ੍ਹਦੇ ਪਰ ਰਸ ਨਹੀਂ ਆਉਂਦਾ। ਉੱਥੇ ਗਿਆਨੀ ਸੰਤੋਖ ਸਿੰਘ ਹੋਰਾਂ ਨੇ ਲਿਖਿਆ ਹੈ ਕਿ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭੰਗ ਰਗੜੋ, ਤੇ ਤੁਹਾਡੇ ਚੋਂ ਕਈਆਂ ਨੇ ਕਹਿਣਾ ਵੀ ਅੱਜ ਗਿਆਨੀ ਜੀ ਗੱਲ ਵਧੀਆ ਕਹਿਣ ਲੱਗੇ, ਜੇ ਭੰਗ ਰਗੜਨ ਦੀ ਗੱਲ ਤੇ ਪਿਉਣਗੇ ਵੀ ਨਾਲੇ। ਇਹ ਆਪਾਂ ਕਵਾਂਗੇ। ਅੱਗੇ ਉੱਥੇ ਲਿਖਿਆ ਵੀ ਗੁਰਦੇਵ ਕਹਿਣ ਲੱਗੇ, ਭੰਗ ਰਗੜੋ, ਚੁੜੀਆਂ ਕਰੋ ਪਰ ਪੀਣਾ ਨਹੀਂ। ਇਹ ਲਿਖਿਆ ਹੋਇਆ ਇਤਿਹਾਸ ਵਿੱਚ, ਮੈਂ ਕੋਲੋਂ ਨਹੀਂ ਬਣਾ ਰਿਹਾ।
ਚੁੜੀਆਂ ਕਰੋ ਪਰ ਪੀਣੀ ਅੰਦਰ ਨਹੀਂ ਲੰਘਾਉਣੀ। ਗੜਵਾ ਭਰ ਕੇ ਚੁੜੀਆਂ ਕੀਤੀਆਂ ਤੇ ਕਹਿਣ ਲੱਗੇ ਕੋਈ ਮਾੜਾ ਮੋਟਾ ਸਰੂਰ ਆਇਆ। ਕਹਿੰਦੇ ਪਾਤਸ਼ਾਹ ਤੁਸੀਂ ਤਾਂ ਨਾਲ ਬੈਨ ਲਾਇਆ ਸੀ ਵੀ ਅੰਦਰ ਨਹੀਂ ਲੰਘਾਉਣੀ, ਤੇ ਗੱਲ ਕਿਵੇਂ ਬਣੇ? ਮੇਰੇ ਪਾਤਸ਼ਾਹ ਕਹਿੰਦੇ ਸਿੰਘੋ ਬਾਣੀ ਤਾਂ ਪੜ੍ਹਦੇ ਪਰ ਚੁੜੀਆਂ ਕਰ ਦਿਓ, ਚੁੜੀਆਂ। ਅੰਦਰ ਲੰਘਾਉਣ ਦਾ ਪ੍ਰੋਸੀਜਰ ਕੀ ਹੈ? ਸੁਣਿਆ ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਵੱਲ ਆਓ। ਸੰਗ ਦਾ ਭਾਵਾ ਪਰ ਜਾਣਾ ਪੜ੍ਹਦੇ ਅੰਤਰ ਗੁਰ ਅਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਓ। ਗੋਬਿੰਦ 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 ਸੰਗ, ਨਾਮ ਤਿਉ ਮਨ ਲੀਣਾ। ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਬੁੰਨਾ ਤੜਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਨੀਜ ਕੁਲਾ ਜਲਾਰਾ ਪਏ ਗੁਨੀ ਘੀਰਾ। ਬੁਣਦਾ ਤਣਦਾ ਤਾਂ ਹੈ, ਪਰ ਜਦੋਂ ਵੀ ਉਹ ਬੁਣਦਾ ਤੇ ਤਣਦਾ ਤੇ ਉਹਦੀ ਸੁਰਤੀ ਪਰਮਾਤਮਾ ਵਾਲੇ ਪਾਸੇ ਵੱਲ ਹੁੰਦੀ। ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਪ੍ਰੀਤ ਤੋਂ ਭਾਵ ਦੁਨੀਆ ਦੇ ਰੀਤਾਂ ਤੋਂ ਪਰਾਂ ਹੋਣਾ। ਨੀਚ ਕੁਲਾ ਜਲਾਰਾ ਪਇਓ ਗੁਨੀ ਘੀਰਾ। ਉਹ ਨੀਵੀਂ ਜਾਤੀ ਵਾਲਾ ਬੰਦਾ ਗੁਣਾਂ ਦਾ ਸਾਗਰ ਬਣ ਗਿਆ। ਜਿਹੜਾ ਕਿ ਹੀਰ ਸ਼ਬਦ ਹੈ ਨਾ, ਇਹਦੇ ਅਰਥ ਮੈਂ ਪੜ੍ਹੇ ਨੇ, ਉਹ ਸਮੁੰਦਰ ਜਿਹਦਾ ਅੰਤ ਨਾ ਪਾਇਆ ਜਾਵੇ। ਆਪਾਂ ਲਫ਼ਜ਼ ਪੜ੍ਹਦੇ ਹਾਂ ਗੈਰ ਗੰਭੀਰ, ਗੰਭੀਰ ਕਹਿੰਦੇ ਨੇ ਡੂੰਘੇ ਨੂੰ। ਗੈਰ ਦਾ ਭਾਵ ਕਿ ਇੰਨਾ ਡੂੰਘਾ ਜਿਹਦੀ ਮੇਜਰਮੈਂਟ ਨਾ ਹੋ ਸਕੇ। ਇਹ ਬਾਬੇ ਸੈਨੇ ਦੇ ਕੰਨਾਂ 'ਚ ਗੱਲ ਪਈ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਇਆ ਸੈਨ ਨਾਈ। ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰੈਣ ਸਬਾਈ। ਉਹਨਾਂ ਦੇ ਘਰ ਪਰਮੇਸ਼ਰ ਦੇ ਪਿਆਰੇ ਆਏ। ਜਿਹੜਾ ਆਪਾਂ ਰੈਣ ਸਬਾਈ ਕੀਰਤਨ ਕਰਦੇ ਆ ਨਾ, ਜਦੋਂ ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੀਆਂ ਪੋਥੀਆਂ ਗੋਇੰਦਵਾਲ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਗਏ, ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਜਿਹੜਾ ਦੁੱਖ ਭੰਜਨੀ ਬੇਰੀ ਦੇ ਐਸ ਪਾਸੇ ਸੰਗਮਰਮਰ ਦੀ ਪਾਲਕੀ ਬਣੀ, ਉਹਦਾ ਇਤਿਹਾਸ ਪ੍ਰਤੀਕ ਹੈ। ਉਸ ਥਾਂ ਤੇ ਬਾਣੀ ਦੀਆਂ ਪੋਥੀਆਂ ਦਾ ਸਤਿਕਾਰ ਕਰਕੇ ਸਥਾਪਨ ਕੀਤੀਆਂ। ਸਾਰੀ ਰਾਤ ਕੀਰਤਨ ਕੀਤਾ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ। ਇਹ ਸਾਡੇ ਉਦੋਂ ਪਰੰਪਰਾ ਚੱਲੀ ਹੈ ਰਹਿਣ ਸਵਾਈ ਕੀਰਤਨ ਕਰਨ ਦੀ। ਰੋਹ ਵਿਚਾਰ ਭਾਈ ਜੀ ਲਿਖਦੇ ਨੇ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰੈਣ ਸਵਾਈ। ਛੱਡ ਨਾ ਸੰਤ ਛੱਡੇ ਸੰਤ ਜਾਨ, ਰਾਜ ਦੁਆਰ ਨਾ ਸੇਵ ਕਮਾਈ। ਸੰਤ ਪ੍ਰਾਹੁਣੇ ਆਏ ਨੇ। ਆ ਪੇਟ ਬੜਾ ਚੰਦਰਾ, ਉਹ ਸੈਨਾ ਰਾਜੇ ਦੀ ਮਾਲਸ਼ ਕਰਦਾ ਹੁੰਦਾ ਸੀ, ਉਹਨੂੰ ਰੋਗ ਸੀ, ਮਾਲਸ਼ ਕਰਦਾ ਸੀ ਸੈਨਾ। ਅੱਜ ਰਾਜੇ ਦੇ ਕੋਲ ਨਹੀਂ ਗਿਆ। ਜਿਹੜਾ ਰਾਜਾ ਲਫ਼ਜ਼ ਹੈ ਨਾ, ਇਹਦਾ ਅਰਥ ਜੇ ਰੱਜਿਆ ਹੋਇਆ। ਆਪਾਂ ਰਾਜਾ ਬੋਲਦੇ ਹਾਂ ਤੇ ਕਈ ਗੁਰਮੁਖ ਪਿਆਰੇ ਕਹਿੰਦੇ ਰੱਜਿਆ ਹੋਇਆ। ਇਹਦਾ ਅਰਥ ਕਰਦੇ ਨੇ ਮਹਾਂਪੁਰਸ਼ਾਂ ਪੜ੍ਹਾਇਆ ਰੱਜਿਆ ਹੋਇਆ। ਇੱਥੋਂ ਮੈਨੂੰ ਇੱਕ ਇਤਿਹਾਸਕ ਘਟਨਾ ਚੇਤੇ ਆ ਗਈ। ਅੱਜ ਤੋਂ 120 ਸਾਲ ਪਹਿਲਾਂ ਦਿੱਲੀ ਦੀ ਰਾਜਧਾਨੀ ਵਿੱਚ ਇੱਕ ਸਰਬ ਧਰਮ ਸੰਮੇਲਨ ਹੋਇਆ ਸੀ, ਔਰ ਉਹ ਸਰਬ ਧਰਮ ਸੰਮੇਲਨ ਦੇ ਵਿੱਚ ਸਾਡੀ ਕੌਮ ਵੱਲੋਂ ਸੰਤ ਬਾਬਾ ਅਦਰ ਸਿੰਘ ਮਸਤੂਵਾਣੇ ਵਾਲੇ ਗਏ। ਜਦੋਂ ਅੰਗਰੇਜ਼ਾਂ ਨੇ ਵੱਖ-ਵੱਖ ਕੌਮਾਂ ਦੇ ਨਾਲ ਰਾਬਤਾ ਕਾਇਮ ਕੀਤਾ ਵੀ ਅਸੀਂ ਸਰਬ ਧਰਮ ਸੰਮੇਲਨ ਕਰਨਾ, ਗੁਰੂ ਪੰਥ ਵੱਲੋਂ ਬਾਬਾ ਅਦਰ ਸਿੰਘ ਦੀ ਡਿਊਟੀ ਲੱਗੀ। ਤੇ ਬਾਬਾ ਅਦਰ ਸਿੰਘ ਕਹਿਣ ਲੱਗੇ ਵੀ ਮੈਂ ਮਾਲਕ ਨਾਲ ਆਉਣਾ, ਮੈਂ ਇਕੱਲੇ ਨਹੀਂ ਆਉਣਾ, ਮਾਲਕ ਨਾਲ। ਦੁਭਾਸ਼ੀਆ ਕਹਿਣ ਲੱਗਾ ਵੀ ਮੈਨੂੰ ਸਮਝ ਨਹੀਂ ਪਈ।
ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਸਵਾਰਾ ਹਾਥੀ ਤੇ ਹੋਵੇਗਾ, ਅਗਲੇ ਪਾਸੇ 5 ਪਿਆਰੇ ਸਾਹਿਬਾਨ ਹੋਣਗੇ, ਉਹਦੇ ਤੋਂ ਅੱਗੇ ਨਿਸ਼ਾਨ ਜੀ ਸਾਹਿਬ ਹੋਣਗੇ। ਜੇ ਤੁਹਾਨੂੰ ਮਨਜ਼ੂਰ ਹੈ ਤੇ ਅਸੀਂ ਆਉਣ ਨੂੰ ਤਿਆਰ ਹਾਂ। ਅੰਗਰੇਜ਼ ਕਹਿਣ ਲੱਗੇ, ਸਾਨੂੰ ਕੀ ਇਤਰਾਜ਼, ਮੇਰੀ ਬੇਨਤੀ ਕਰਾਂ, ਇਹ ਇਤਿਹਾਸਕ ਹੈ, ਇਤਿਹਾਸਕ। ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂ ਗਏ, ਸੰਤ ਬਾਬਾ ਅਤਰ ਸਿੰਘ ਮਹਾਂਪੁਰਸ਼ ਸੰਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰ ਰਹੇ ਸਨ, ਔਰ ਉਹਨਾਂ ਦੀ ਆਵਾਜ਼ ਬਹੁਤ ਦੂਰ ਦੂਰ ਤੱਕ ਜਾਂਦੀ ਸੀ। ਮੈਂ ਇਸ ਪਾਸੇ ਨਾ ਜਾਵਾਂ। ਜਾਰਜ ਪੰਚਮ ਉਹ ਸਰਬ ਧਰਮ ਸੰਮੇਲਨ ਲਈ ਖਲੋਤਾ ਹੈ, ਤੇ ਸੰਤ ਬਾਬਾ ਅਤਰ ਸਿੰਘ ਨੇ ਗੁਰਬਾਣੀ ਦੀ ਪੰਕਤੀ ਪੜ੍ਹੀ, ਕੋ ਹਰ ਸਮਾਨੀ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਬੋਲ ਨੇ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਇਹਦਾ ਅਰਥ ਹੈ, ਪ੍ਰਮਾਤਮਾ ਦੇ ਬਰਾਬਰ ਕੋਈ ਰਾਜਾ ਨਹੀਂ, ਇਹ ਰਾਜੇ 4 ਦਿਨ ਦੇ ਪ੍ਰਾਹੁਣੇ ਹਨ। ਆਪਾਂ ਜਿੰਨੇ ਬੈਠੇ ਆ ਨਾ, ਆਪਾਂ 4 ਘੜੀਆਂ ਦੇ ਪ੍ਰਾਹੁਣੇ ਆ, ਪਤਾ ਨਹੀਂ ਕਦੋਂ ਕਿਹਨੂੰ ਸੱਦਾ ਆ ਜਾਏ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪਹਿਲਾਂ ਵੀ ਸਨ, ਅੱਜ ਵੀ ਹਨ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਣਗੇ। ਗਿਆਨੀ ਜਾਪਦਾ ਤੁਸੀਂ ਕਥਾ ਭੁੱਲ ਗਏ ਹੋ। ਗੱਲ ਤੁਸੀਂ ਕਰ ਰਹੇ ਸੀ ਹਰ ਦੀ, ਤੇ ਵਿੱਚੇ ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਗੱਲ ਲਾ ਦਿੱਤੀ। ਗੁਰਮੁਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੈ ਕਿ ਇਹ ਹੈ ਟਰੂਥ, ਇਟ ਯੂਨੀਵਰਸਲ। ਪਰਮਾਤਮਾ ਦਾ ਆਪਾਂ ਪੜ੍ਹਦੇ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸੱਚ ਸੀ, ਸੱਚ ਹੈ, ਸੱਚ ਹੋਵੇਗਾ। ਪਰਮਾਤਮਾ ਸੀ, ਪਰਮਾਤਮਾ ਹੈ, ਪਰਮਾਤਮਾ ਹੋਵੇਗਾ, ਪਰ ਆਪਾਂ ਨਹੀਂ ਹੋਣਾ। ਇਹ ਚੇਤੇ ਰੱਖਿਆ ਕਰੋ। 8 ਪੈਰ ਫਰੀਦਾ, ਸ਼ੇਖ ਯਾਤੀ ਜਗ ਨਾ ਕੋਈ ਥਿਰ ਗਿਆ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਬਾਬਾ ਫਰੀਦ ਕਹਿੰਦਾ, ਮਿੱਤਰਾ, ਸਦੀਵੀ ਤੌਰ ਤੇ ਕੋਈ ਨਹੀਂ ਰਿਹਾ, ਜਿੱਥੇ ਅੱਜ ਤੂੰ ਬੈਠਾ ਤੇਰੇ ਤੋਂ ਪਹਿਲਾਂ ਕਈ ਬਹਿ ਗਏ। ਆਪਾਂ ਗੱਲ ਕਰ ਰਹੇ ਸਾਂ, ਜਿਹੜੀ ਗੁਰਮੁਖ ਪੰਕਤੀ ਪੜ੍ਹ ਗਏ ਨੇ, ਗੁਰਮੁਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਅਦਾਸੀ। ਜਦੋਂ ਸੰਤ ਬਾਬਾ ਅਤਰ ਸਿੰਘ ਨੇ ਇਹ ਗੱਲ ਕਹੀ ਤੇ ਤਪਾਸ਼ੀ ਨੂੰ ਕਹਿਣ ਲੱਗੇ, ਬਾਬਾ ਜੀ ਕੀ ਬੋਲਦੇ ਨੇ? ਉਹਨੇ ਆਖਿਆ, ਰੱਬ ਦੇ ਬਰਾਬਰ ਕੋਈ ਰਾਜਾ ਨਹੀਂ। ਜਾਰਜ ਪੰਚਮ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਆਖਿਆ, ਬਾਬਾ ਜੀ ਠੀਕ ਕਹਿੰਦੇ ਹਨ। ਜਿਹੜਾ ਉਹ ਸੈਨਾ ਨਾਈ ਸੀ ਨਾ, ਪੇੜ ਦੀਆਂ ਲੋੜਾਂ ਵਾਸਤੇ ਰਾਜੇ ਨੂੰ ਮਾਲਸ਼ ਕਰਨ ਜਾਂਦਾ ਸੀ, ਰਾਜੇ ਨੂੰ ਮਾਲਸ਼। ਅੱਜ ਉਹਦੇ ਘਰ ਸੰਤ ਪ੍ਰਾਹੁਣੇ ਆ ਗਏ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰੈਣ ਸਬਾਈ। ਸੰਤ ਪ੍ਰਾਹੁਣੇ ਆਏ ਤੇ ਸੰਤ ਸੌਣ ਲਈ ਨਹੀਂ ਆਏ, ਜਾਗਣ ਲਈ ਆਏ ਨੇ ਤੇ ਜਗਾਉਣ ਲਈ ਆਏ ਹਨ। ਸੰਤ ਗੁਰਮੁਖੋ ਇੱਕ ਨੁਕਤੇ ਨਾਲ ਤਾਰ ਦਿੰਦਾ, ਇੱਕ ਨੁਕਤੇ ਨਾਲ। ਜਦੋਂ ਮੈਂ ਜਥੇ ਚ ਰੜਿਆ ਨਾ, ਤੇ ਮੈਨੂੰ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ, ਪੁੱਤਰ ਜਸਵੰਤ ਸਿੰਘਾ, ਇੱਕ ਸ਼ਲੋਕ ਕੰਠ ਕਰ ਲਾ। ਮੈਂ ਕਿਹਾ ਜੀ ਕਿਹੜਾ? ਕਹਿੰਦੇ, ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਮੈਂ ਕਿਹਾ ਮੈਂ ਸਮਝਿਆ ਨਹੀਂ। ਕਹਿੰਦੇ, ਬੇਟਾ ਇਹਦਾ ਅਰਥ ਹੈ, ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਂ ਇਹ ਅੰਨ ਖਾਣ ਲੱਗਾ ਤੇ ਮੇਰੀ ਕਿਤੇ ਬੁੱਧੀ ਤੇ ਪਰਦਾ ਨਾ ਪੈ ਜਾਏ। ਮੈਂ ਗੱਲ ਟਾੜੀ ਨਹੀਂ, ਗੱਲ ਉੱਥੇ ਲਿਆਉਣੀ ਹੈ।
ਸੰਤ ਦੀ ਡੈਫੀਨੇਸ਼ਨ ਗੁਰਬਾਣੀ 'ਚ ਲਿਖੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਸਵਾਸ ਲੈਂਦਿਆਂ ਮੂੰਹ 'ਚ ਆਨੰਦ ਦੀ ਬੁਰਕੀ ਪਾਉਂਦਿਆਂ ਜਿਹੜੇ ਵਾਹਿਗੁਰੂ ਨੂੰ ਚੇਤੇ ਕਰਨ, ਉਹਨੂੰ ਕਹਿੰਦੇ ਨੇ ਸੰਤ। ਉਹ ਸੰਤ ਉਹਦੇ ਘਰ ਪ੍ਰਾਹੁਣੇ ਆ ਗਏ। ਇੱਕ ਪਾਸੇ ਮਜਬੂਰੀ ਵੀ ਉਹ ਰਾਜੇ ਦੀ ਮਾਰਚ ਕਰਨ ਜਾਂਦਾ ਹੁੰਦਾ ਸੀ, ਅੱਜ ਕਹਿਣ ਲੱਗਾ ਕੋਈ ਗੱਲ ਨਹੀਂ, ਬਾਅਦ ਵਿੱਚ ਵੇਖੀ ਜਾਏਗੀ, ਪਰ ਇਹ ਮੌਕੇ ਵਾਰ-ਵਾਰ ਨਹੀਂ ਆਉਂਦੇ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਕੈਚ ਦੀ ਟਾਈਮ ਬਾਈ ਦੀ ਫੋਰ ਲੋਕ, ਜਿਹਨੂੰ ਭਾਈ ਵੀਰ ਸਿੰਘ ਨੇ ਲਿਖਿਆ, ਕਹਿੰਦੇ ਮੈਂ ਰਹੀ ਵਾਸਤੇ ਘੱਤ, ਸਮੇਂ ਖਸਕਾਈ ਕੰਨੀ, ਮੈਂ ਫੜ ਫੜ ਰਹੀ ਤਰੀਕ, ਸਮੇਂ ਨੇ ਇੱਕ ਨਾ ਮੰਨੀ, ਉਹ ਫੜ ਸੰਭਲ ਸਮੇਂ ਨੂੰ, ਉਹ ਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਜਿਨ੍ਹਾਂ ਨੂੰ ਸਮੇਂ ਨੂੰ ਸੰਭਾਲ ਲਿਆ ਨਾ, ਉਹਨੂੰ ਕਹਿੰਦੇ ਨੇ ਸੰਤ। ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆ ਗਿਆ। ਇੱਕ ਮਹਾਤਮਾ ਆਪਣੇ ਵਿਦਿਆਰਥੀਆਂ ਨੂੰ ਕਹਿੰਦੇ ਵੀ ਪੁੱਤਰ, ਮੈਂ ਤੁਹਾਨੂੰ ਇਹੋ ਜਿਹੀ ਚੀਜ਼ ਦੇ ਕੇ ਜਾਵਾਂਗਾ ਵੀ ਮੇਰੇ ਮਰਨ ਤੋਂ ਬਾਅਦ ਮੈਨੂੰ ਯਾਦ ਕਰੋਗੇ ਵੀ ਸਾਡਾ ਕੋਈ ਉਸਤਾਦ ਹੁੰਦਾ ਸੀ। ਮਹਾਤਮਾ ਦਾ ਜਿਵੇਂ ਸਾਰਿਆਂ ਦਾ ਸਮਾਂ ਆਉਂਦਾ ਆਇਆ ਤੇ ਵਿਦਿਆਰਥੀ ਕਹਿਣ ਲੱਗੇ, ਬਾਬਾ ਜੀ ਉਹ ਗੱਲ ਤਾਂ ਵਿੱਚੇ ਰਹਿ ਗਈ। ਕਹਿੰਦੇ ਪੁੱਤਰ ਨੂੰ ਗੱਲਾਂ ਦਾ ਟਾਈਮ ਨਹੀਂ, ਤੁਸੀਂ ਇਉਂ ਕਰੋ, ਅਲਮਾਰੀ ਚੋਂ ਪੈਸੇ ਕੱਢ ਕੇ ਤੇ ਬਾਜ਼ਾਰੋਂ ਸਵਾਸ ਮੁੱਲ ਲੈ ਕੇ ਆਓ। ਨੌਜਵਾਨ ਸਨ, ਕਾਹਲੇ ਪੈ ਕੇ ਵਿਚਾਰਨਾ ਕੀਤੀ, ਮਾਇਆ ਲੈ ਕੇ ਬਾਜ਼ਾਰ ਵਿੱਚ ਗਏ, ਪਸਾਰੀ ਦੀ ਦੁਕਾਨ ਤੇ ਗਏ, ਸੇਠ ਜੀ ਪੈਸੇ ਲੈ ਲਓ ਤੇ ਸਾਨੂੰ ਇੰਨੀ ਸਵਾਸ ਦੇ ਦਿਓ। ਪਸਾਰੀ ਸਿਆਣਾ ਸੀ, ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗਾ, ਕਮਲਿਓ ਕਦੇ ਦੁਕਾਨਾਂ ਦੇ ਸਵਾਸ ਮਿਲੇ ਨੇ, ਟਾਈਮ ਨਾ ਬਰਬਾਦ ਕਰੋ। ਚਲੇ ਗਏ, ਬਾਬਾ ਜੀ ਸਵਾਸ ਮਿਲੇ ਨਹੀਂ। ਕਹਿਣ ਲੱਗੇ ਪੁੱਤਰ ਇਹੋ ਹੀ ਸਿੱਖਿਆ, ਸਵਾਸਾਂ ਨੂੰ ਗਵਾਓ ਨਾ, ਇੱਕ ਇੱਕ ਸਵਾਸ ਬਕੀਮਤਾਂ, ਇਹਨੂੰ ਸੰਭਾਲਣਾ ਕਰੋ। ਇੱਕ ਗੱਲ ਯਾਦ ਰੱਖਣੀ, ਮੈਂ ਵਿਦਾਂਤ ਪੜ੍ਹਿਆ, ਗੱਲ ਜਾਗਣ ਦੀ ਕਰ ਰਿਹਾ। ਵਿਦਾਂਤ ਸ਼ਾਸਤਰ 'ਚ ਲਿਖਿਆ, 22 ਤੇ 12 ਚਲਤੇ 18 ਸੋਬਤ ਚਾਲੇ 30 ਮੈਥਨ ਕਰਤੇ 64 ਚਲਸੇ, ਕਿਉਂ ਨਾ ਭਰੇ ਜਗਦੀਸ਼। ਆਪਾਂ ਨੋਰਮਲ ਹਾਲਤ 'ਚ ਬੈਠੇ ਆ ਨਾ, ਸਾਡੇ 12 ਸਵਾਸ ਚੱਲਦੇ ਨੇ, 22 ਤੇ 12 ਚਲਤੇ 18। ਜਦੋਂ ਆਪਾਂ ਨੋਰਮਲ ਤੁਰਦੇ ਤੇ ਉਦੋਂ ਸਵਾਸਾਂ ਦੀ ਗਿਣਤੀ 18 ਹੋ ਜਾਂਦੀ ਹੈ। ਜਦੋਂ ਸੌਂ ਜਾਂਦੇ ਆ ਨਾ, ਉਦੋਂ ਓਨੇ ਟਾਈਮ 'ਚ ਬੰਦੇ ਦੇ 30 ਸਵਾਸ ਜਾਂਦੇ ਨੇ, 2.5 ਗੁਣਾ ਘਾਟਾ ਪੈਂਦਾ ਜੇ ਸੌਣ ਨਾਲ। ਜਿਹੜਾ ਕਲਗੀਧਰ ਬਾਪੂ ਨੇ ਆਖਿਆ ਨਾ, ਅਲਪਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭੈਵੋ, ਹਵੇ ਬੋ ਤਿਰਗੁਣ ਅਤੀਤ। ਤੇ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਹਉ ਤੇ ਘੋਲ ਘਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ। ਤੇ ਜਦੋਂ ਮੈਂ ਇਹ ਦੋਵੇਂ ਸ਼ਬਦ ਪੜ੍ਹੇ ਨਾ, ਤੇ ਮੈਂ ਆਪਣੇ ਸਾਧ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਕਿਹਾ, ਕਿਉਂਕਿ ਜਵਾਨੀ ਦਾ ਟਾਈਮ ਕੋ ਸਮਝ ਪੁਣਾ ਹੁੰਦਾ ਹੈ। ਮੈਂ ਕਿਹਾ ਮਹਾਂਪੁਰਸ਼ੋ ਵੀ ਕਲਗੀਧਰ ਪਾਤਸ਼ਾਹ ਵੀ ਖਾਣ ਤੇ ਇਤਰਾਜ਼ ਹੈ, ਤੇ ਭਾਈ ਗੁਰਦਾਸ ਨੂੰ ਵੀ ਖਾਣ ਤੇ ਇਤਰਾਜ਼ ਹੈ। ਲੰਗਰ ਚੋਂ ਅਸੀਂ ਜਲੇਬ ਖਾਣੇ ਤੇ ਗੁਰੂ ਗੋਬਿੰਦ ਸਿੰਘ ਨੂੰ ਕੀ ਇਤਰਾਜ਼ ਹੈ? ਮੁੰਡੇ ਮੱਤ ਸੀ, ਮੈਨੂੰ ਸਮਝ ਨਹੀਂ, ਅਕਲ ਨਹੀਂ ਸੀ ਕੰਮ ਕਰਦੀ। ਉਹ ਹੱਸ ਕੇ ਕਹਿਣ ਲੱਗੇ, ਪੁੱਤਰ ਗੁਰੂ ਸਭਨਾਂ ਦਾ ਭਲਾ ਬਣਾਉਂਦਾ ਤੇ ਤੁਸੀਂ ਸਿੱਖੋ। ਉਹਨਾਂ ਨੇ ਮੈਨੂੰ ਉਸ ਮੌਕੇ ਇਹ ਵਿਦਾਨ ਦੀ ਪੰਕਤੀ ਪੜ੍ਹਾਈ। ਕਹਿਣ ਲੱਗੇ, ਬੇਟਾ ਇੰਨਾ ਘਾਟਾ ਪੈਂਦਾ ਸੌਣ ਨਾਲ 2.5 ਗੁਣਾ, ਤੇ ਨਾਲ ਉਹਨਾਂ ਆਖਿਆ ਵੀ ਤੈਨੂੰ ਪੰਕਤੀ ਚੇਤੇ, ਕਾਮ ਕ੍ਰੋਧ ਕਾਇਆ ਕੋ ਗਾਲੇ। ਮੈਂ ਕਿਹਾ ਜੀ ਹਾਂ। ਕਹਿੰਦੇ ਉਹ ਬੰਦੇ ਤੇ ਕਾਮ ਤੇ ਕ੍ਰੋਧ ਦਾ ਪ੍ਰਭਾਵ ਹੁੰਦਾ ਨਾ, ਬੰਦਾ ਗੁੱਸੇ 'ਚ ਹੋਵੇ, ਬੰਦੇ ਦੀ ਬਿਰਤੀ ਮੈਲੀ ਹੋਵੇ, ਤੇ ਗੁਰਮੁਖੋਂ ਸੁਣ ਕੇ ਹੈਰਾਨ ਹੋ ਜਾਓਗੇ। ਇਹ ਵਿਦਾਂਤ ਵਿੱਚ ਲਿਖਿਆ ਕਿ ਬੰਦੇ ਦੇ 60 ਸਵਾਲ ਚੱਲਦੇ ਉਹਨੇ ਸਹਿਚਾ, ਜੇ ਬੈਠਿਆਂ 12 ਚੱਲਦੇ ਨੇ ਨਾ। ਸ਼ਲੋਕ ਮੈਂ ਦੁਬਾਰਾ ਰਿਪੀਟ ਕਰਾਂ, 22 ਤੇ 12 ਚਲਤੇ 18
सोबत चाले 30 मैथन करते 64 चल से 60 नहीं 64 लिखा मैथन करते 64 चल से क्यों ना भजे जगदीश वकारां वाले पासे वल की पिया बाबा सैना राजे कोल नहीं गया छड्ड ना छड्डे संत जन राज द्वार ना सेव कमाई कहन लागे वेखी जाएगी अज मैं परमात्मा राजे की बंदगी करनी अज मैं नहीं जा जाना होया कि परमात्मा राजे का रूप बन के आया राजे की मालच की ते होया कि राजे दूरों छड़ के दूरों बुला के ना खोल कवाए गड़े पन आई ओनू अपना चोड़ा पवा के आख्या मित्रा तेरी जिंदगी भर दियां लोड़ां दी मेरे जिम्मेवारी होना भी बाबा ठठंबर गया कहन लगा मैं तो आया नहीं ते राजे ने पता नहीं मेरे नाल की करनी कहन लगा मैं समझिया नहीं कहंदा सैनिया की दसां रात तू इहो जिहियां मेरियां कड़लां कढ़ियां ने इहो जी माठ कीती मैं 9 बरनौ हो गया मैनू कोई तकलीफ रही नहीं अज तो बाद तेन मेरे को आने की लड़ नहीं ये साखी का तात फर्ज यह है जेड़ा ओदी थां ते ड्यूटी करता गुरमुखो परमात्मा ओदी थां ते जाके पहरा देंदा है तुसीं किते संत बाबा प्रेम सिंह होती प्रधान का प्रसंग पढ़ना संत बाबा अदर सिंह का जीवन पढ़ना संत बाबा ज्वाला सिंह का जीवन पढ़ना ये सारे फौजी सन इन्हां बंदगी की और इन्हां दी थां ते परमात्मा ने प्रेरित की ते उन्हां सारा कुछ छड्ड के ते अपनी जिंदगी परमात्मा के नां ते ला दी ये तुसीं इतिहास विचों पढ़ सकते हो पर परमात्मा की याद में जागना बड़ा औखा है सानू तकनीक नहीं आउंदी किवें आउणा है ਇਹਦੀ अगली पौड़ी भाई साहब भाई गुरदास जी ने लिखी है वो की है सुख राजे हरि चंद कर आप गल कर रहे हैं गुरमुख जोगी जागदे माया अंदर करन उदासी असी जागना किवें है मैं आराम में बेनती की जागदा चोर जागदा व्यभिचारी जागदा बीमार कल्ले जागण नाल बात नहीं जे बननी जागना जागन नीका हार कीर्तन में जागना नीका का भाव वधिया चंगा ये मारू राग में गुरु पंचम पाद शब्द है गुरमुखा जागना वो भला है जेड़ा परमात्मा की वडियाई में जागया जाए और आप ये भी पढ़ते हैं दुख दारू सुख रोग भया जान सुख ताम न होई तुलसीदास रमैन लिखते ने दुख में सिमरन कर सब करे सुख में करे ना कोई जो सुख में सिमरन करे दुख न कहूँ होए वो घटना की है सुख राजे हरि चंद कर नार सतारा लोचन राणी हरि चंद राजे की धर्म पत्नी का नाम लिखा बीबी तारा लोचन राणी का भाव हुंदा है उन्होंने वाहिगुरू ने सुंदर शक्ल दी है ते आपां तां अपने चिट्टे चमड़ी का मान करी जाने फलाना जी हथ लाया मैड़ा हुंदा है गुरु पंचम पातशाह ने सानू बहुत वड्डी झाड़ पई पर आपां समझदे नहीं वो कहंदे मित्रा किते वेख्या कर भी तू है की गुरु पंचम पातशाह का पावन शब्द है कहंदे बिष्टा अस्त रगत परेटे चाम जिहड़े आपां कहना असीं सोहणे बड़े हाँ गुरु पंचम पातशाह की व्याख्या करते हैं बिष्टा अस्त रगत परेटे चाम इस उपरले राखो गुमान है कि गंदगी खून हड्डियां चमड़े की पंड विच बदियां ते मान कादा करदा है सोने की व्याख्या बाणी च लिखिया सेई सुंदर सोहणे साध संग जिन बहने ओहो ही सोहना जेड़ा गुरमुख प्यारे की संगत बहिंदा है
ਸੁਖ ਰਾਜੇ ਹਰੀ ਚੰਦ ਕਰ, ਨਾਰ ਸੋ ਤਾਰਾਂ ਲੋਚਨ ਰਾਣੀ, ਸਾਧ ਸੰਗਤ ਰਾਧੇ ਰਾਤੀ ਜਾਏ ਸੁਣੇ ਗੁਰਬਾਣੀ। ਰਾਤ ਪਰਮੇਸ਼ਰ ਦੇ ਪਿਆਰੇ ਪ੍ਰਮਾਤਮਾ ਦੀ ਆਰਾਧਨਾ ਕਰਦੇ ਨੇ। ਕਈ ਮਜਬੂਰੀਆਂ ਹੁੰਦੀਆਂ ਨੇ। ਰਾਣੀ ਦੇ ਮਨ ਵਿੱਚ ਰਾਜ ਦਾ ਸਤਿਕਾਰ ਹੈ, ਭੈ ਕਿਤੇ ਰਾਜਾ ਮੈਨੂੰ ਇਸ ਪਾਸੇ ਤੋਂ ਜਾਣ ਤੋਂ ਰੋਕ ਨਾ ਦੇਵੇ। ਇਸ ਕਰਕੇ ਰਾਣੀ ਆਪਣੇ ਪਤੀ ਤੋਂ ਸੰਕੋਚ ਕਰਦੀ, ਪਰ ਉਧਰ ਚੈਨ ਨਹੀਂ ਆਉਂਦਾ। ਉਹਦੇ ਮਨ ਵਿੱਚ ਭਾਵਨਾ ਵੀ ਮੈਂ ਸਾਧ ਸੰਗਤ ਦੀ ਜਾ ਕੇ ਹਾਜ਼ਰੀ ਭਰਾਂ। ਭਾਈ ਜੀ ਲਿਖਦੇ ਨੇ, ਸੁਖ ਰਾਜੇ ਹਰੀ ਚੰਦ ਕਰ, ਨਾਰ ਸੋ ਤਾਰਾਂ ਲੋਚਨ ਰਾਣੀ, ਸਾਧ ਸੰਗਤ ਅਰਾਧੇ ਰਾਤੀ ਜਾਏ ਸੁਣੇ ਗੁਰਬਾਣੀ। ਪਿੱਛੋਂ ਰਾਜਾ ਜਾਗਿਆ, ਅੱਡੀ ਰਾਤ ਨਖੰਡ ਵਿਆਣੀ। ਆਖਰਕਾਰ ਕਿੰਨਾ ਚਿਰ ਚੱਲੇਗਾ? ਇੱਕ ਦਿਨ ਦੀ ਗੱਲ ਹੈ, ਰਾਜੇ ਨੇ ਪਾਸਾ ਵਟਿਆ, ਰਾਣੀ ਦਾ ਮੰਜਾ ਖਾਲੀ। ਰਾਜਾ ਹੈਰਾਨ ਹੋ ਗਿਆ, ਪਰ ਸਾਡੇ ਵਰਗਾ ਹੋਸ਼ਿਆਰ ਨਹੀਂ ਸੀ। ਯਾਦ ਰੱਖਣਾ, ਸਾਡੇ ਬਜ਼ੁਰਗ ਵਿਦਵਾਨ ਕਹਿੰਦੇ ਹੁੰਦੇ ਨੇ, ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ। ਜਿਹਨੂੰ ਗੁਰੂ ਪੰਚਮ ਪਾਤਸ਼ਾਹ ਨੇ ਗੁਰਬਾਣੀ ਲਿਖਿਆ, ਨੈ ਬਲੰਬ ਧਰਮੰ ਬਲੰਬ ਪਾਪੰ, ਗੁਰੂ ਕੇ ਸਿੱਖਾ ਧਰਮ ਕਰਦਿਆਂ ਦੇਰੀ ਨਾ ਕਰ, ਤੇ ਪਾਪ ਕਰ ਲੱਗਿਆ ਕਾਹਲੀ ਨਾ ਕਰ। ਇਹ ਗੁਰੂ ਪੰਚਮ ਪਾਤਸ਼ਾਹ ਦਾ ਸ਼ਲੋਕ ਹੈ, ਨੈ ਬਲੰਬ ਧਰਮੰ ਬਲੰਬ ਪਾਪੰ। ਇੱਥੇ ਇੱਕ ਮੇਰੇ ਸਾਹਮਣੇ 10ਵੇਂ ਗ੍ਰੰਥ ਵਿੱਚੋਂ ਦ੍ਰਿਸ਼ਟਾਂਤ ਚੇਤੇ ਆ ਗਿਆ, ਪਾਪ ਕਰ ਲੱਗਿਆ ਕਾੜਾ ਨਾ ਪਾਓ, ਤੇ ਧਰਮ ਕਰ ਲੱਗਿਆ ਦੇਰੀ ਨਾ ਕਰ। ਮੈਂ ਪੰਕਤੀ ਪੜ੍ਹੀਏ, ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨਖੰਡ ਵਿਹਾਣੀ। ਵੇਖਿਆ ਰਾਣੀ ਦਾ ਮੰਜਾ ਖਾਲੀ ਹੈ। ਹੈਰਾਨ ਹੋ ਗਿਆ ਵੀ ਰਾਣੀ ਨੇਕ ਬੜੀ ਹੈ, ਪਰ ਗਈ ਕਿੱਥੇ? ਇਹ ਨਹੀਂ ਹੋਇਆ ਵੀ ਸਵੇਰੇ ਰਾਣੀ ਦੇ ਦਾਲੇ ਹੋ ਜਾਏ, ਬੋਲ ਕਬੂਲ ਕਰੇ, ਬਿਲਕੁਲ ਨਹੀਂ ਕੀਤੇ। ਮੈਂ ਇਸ ਗੱਲ ਨੂੰ ਕਲੀਅਰ ਕਰਨੀ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਧਰਮ ਕਰਦਿਆਂ ਦੇਰੀ ਨਾ ਕਰ, ਮਾੜਾ ਕੰਮ ਲੱਗਿਆ ਕਾਹਲਾ ਨਾ ਪਾਓ, ਹੋ ਸਕਦਾ ਸਮਾਂ ਟਲ ਜਾਏ। ਕਲਗੀਧਰ ਪਾਤਸ਼ਾਹ ਨੇ ਜਿਹੜੀ ਚਰਿਤਰਾਂ ਦੀ ਬਾਣੀ, ਜਿਹਦੇ ਬਾਰੇ ਕਈਆਂ ਨੂੰ ਬੜੀ ਪਰੇਸ਼ਾਨੀ ਹੈ, ਬੜਾ ਖੰਡਨ ਮੰਡਨ ਕਰਦੇ ਨੇ, ਬੜਾ ਵੱਧ ਘੱਟ ਬੋਲਦੇ ਨੇ, ਉਹਨਾਂ ਦੇ ਚਰਿੱਤਰ 'ਚ ਲਿਖਿਆ ਹੈ ਵੀ ਬਟਾਲੇ ਦਾ ਰਾਜਾ, ਉਹਦੀ ਬੇਟੀ ਜਿਹੜੀ ਸੀ ਨਾ, ਉਹਨੇ ਸੁਣਿਆ ਵੀ ਸਾਡੇ ਨਗਰ ਵਿੱਚ ਰਾਸ ਪਾਉਣ ਵਾਲੇ ਆਏ, ਤੇ ਮੈਂ ਰਾਸ ਵਾਲੇ ਵੇਖਣੇ ਨੇ। ਰਾਣੀ ਨੇ ਬੜਾ ਸਮਝਾਇਆ, ਮੁਟਿਆਰ ਬੱਚੀ ਹੈ, ਉਹਨੇ ਜਿੱਦ ਕੀਤੀ। ਇਹ ਗੱਲ ਆਪਾਂ ਸਾਰੇ ਜਣੇ ਆਪਣੀ ਝਾਤੀ ਮਾਰੀਏ, ਜਿਹੜਾ ਬੰਦਾ ਕਿਸੇ ਤੇ ਨੂੰ ਝੁਕਿਆ, ਗੁਰਮੁਖੋਂ ਔਲਾਦ ਉਹਨੂੰ ਝੁਕਾ ਦਿੰਦੀ ਹੈ। ਗੁਰੂ ਕਿਰਪਾ ਕਰੇ ਔਲਾਦ ਮਾੜੀ ਨਾ ਹੋਵੇ। ਬਟਾਲੇ ਦੇ ਰਾਜੇ ਦੀ ਬੇਟੀ ਨੇ ਜਿੱਦ ਕੀਤੀ ਤੇ ਕਹਿਣ ਲੱਗੀ, ਚੰਗਾ ਕੁੜੀਏ, ਜੇ ਨਹੀਂ ਰਹਿੰਦੀ ਨਾ ਤੇ ਸਾਰੇ ਬੰਦੇ ਤੇਰੇ ਵੱਲ ਵੇਖਣਗੇ, ਮੁੰਡਿਆਂ ਵਾਲੇ ਕੱਪੜੇ ਪਾ ਕੇ, ਤੇ ਜਾ ਵੇਖ ਗਿਆ। ਚਲੀ ਗਈ। ਆਖਰੋਂ ਮੁੱਕਿਆ, ਆਈ ਧੀ ਸੀ, ਮਾਂ ਨਾਲ ਲੰਮੀ ਪੈ ਗਈ। ਜਿਹੜੇ ਪੁਰਾਣੇ ਰਾਜੇ ਸਨ, ਉਹ ਅੱਜ ਦੇ ਰਾਜਿਆਂ ਵਰਗੇ ਨਹੀਂ ਸੀ ਹੁੰਦੇ। ਇਹ ਮੈਂ ਗੱਲ ਕਿਉਂ ਕਿ ਅੱਜ ਦੇ ਰਾਜਿਆਂ ਵਰਗੇ, ਪੁਰਾਣੇ ਰਾਜੇ ਰਾਣੀਆਂ ਨੂੰ ਜੰਮਦੇ ਸਨ, ਉਹਨਾਂ ਦੇ ਪਿਓ ਰਾਜੇ ਹੁੰਦੇ ਸਨ। ਅੱਜ ਦਾ ਰਾਜਾ ਡੱਬੇ ਚੋਂ ਜੰਮਦਾ ਤੇ ਕਾਗਜ਼ਾਂ ਦਾ ਜੰਮਦਾ। ਇਹਨਾਂ ਤੋਂ ਆਪਾਂ ਕੀ ਝਾਕ ਰੱਖਾਂਗੇ? ਆ ਜਿਹੜਾ ਤੁਸੀਂ ਕਹਿੰਦੇ ਕਿ ਸਾਡਾ ਆਹ ਨਹੀਂ ਹੋ ਰਿਹਾ, ਆਹ ਨਹੀਂ ਹੋ ਰਿਹਾ, ਇਹਨਾਂ ਕੋਲ ਝਾਕ ਨਾ ਰੱਖੋ। ਜਿਨ੍ਹਾਂ ਦਾ ਪਤਾ ਨਹੀਂ ਆ ਜਾਣ ਤੇ ਕੱਲ ਹੋਰ ਕਿਸੇ ਬਣ ਜਾਣਾ। ਇਹਨਾਂ ਤੋਂ ਝਾਕ ਕਾਹਦਾ? ਰਾਜਾ ਤਾਂ ਉਹਦਾ ਜਿਹੜਾ ਜੰਮ ਤੋਂ ਲੈ ਕੇ ਹੋਵੇ। ਆਪਾਂ ਐਵੇਂ ਗੱਲਾਂ ਕਰੀ ਜਾਂਦੇ ਜੀ, ਆਹ ਨਹੀਂ ਹੁੰਦਾ, ਇਹਨਾਂ ਤੋਂ ਝਾਕ ਨਾ ਰੱਖੋ। ਇਹ ਡੱਬਿਆਂ 'ਚੋਂ ਜੰਮੇ ਨੇ, ਕਾਗਜ਼ਾਂ ਦੇ ਬਣੇ ਨੇ, ਪਤਾ ਨਹੀਂ ਇਹਨਾਂ ਦੀ ਵਾਰੀ ਕਿੰਨਾ ਚਿਰ ਹੈ। ਇਹਨਾਂ ਤੋਂ ਝਾਕ ਕਾਹਦੀ? ਪੁਰਾਣੇ ਰਾਜੇ ਰਾਣੀਆਂ ਨੂੰ ਜੰਮਦੇ ਸਨ, ਰਾਜਿਆਂ ਦੇ ਬੇਟੇ ਹੁੰਦੇ ਸਨ। ਉਹ ਰਾਜੇ ਆਪਣੀ ਜਨਤਾ ਦੀ ਭਾਗਿਆ ਲੈਂਦੇ। ਜਿਵੇਂ ਆਪਾਂ
ਸਿੱਖ ਰਾਜ ਪੜ੍ਹਦੇ ਆ ਨਾ ਤੇ ਕਿਤੇ ਵਿਧਾਤਾ ਸਿੰਘ ਤੀਰ ਦੀ ਇੱਕ ਕਵਿਤਾ ਪੜ੍ਹਨੀ, ਪਾਣੀ ਪਾਤਸ਼ਾਹ, ਮਹਾਰਾਜੇ ਰਣਜੀਤ ਸਿੰਘ ਦਾ ਉਹਨਾਂ ਨੇ ਉਹਦੇ 'ਚ ਘਟਨਾ ਲਿਖੀ ਹੈ। ਦੇਸ਼ ਵਿੱਚ ਕਾਲ ਪੈ ਗਿਆ ਔਰ ਮਹਾਰਾਜੇ ਰਣਜੀਤ ਸਿੰਘ ਨੇ ਥਾਂ ਥਾਂ ਦੇ ਉੱਪਰ ਡੀਪੂ ਖੋਲ ਦਿੱਤੇ ਵੀ ਜਿੰਨੀ ਕੋਈ ਕਣਕ ਚੁੱਕ ਸਕਦਾ ਚੁੱਕ ਲੈ। ਇੱਕ ਮੋਚੀ ਬਿਰਧ ਹੈ, ਉਹਦਾ ਪੋਤਾ ਨਿੱਕਾ ਜਿਹਾ ਸੀ, ਪੋਤਾ ਹੈ ਨਹੀਂ, ਧਨੋਰੇ ਦੀ ਆਵਾਜ਼ ਸੁਣੀ, ਡੀਪੂ ਤੇ ਚਲਾ ਗਿਆ, ਲਾਲਚ ਹੈ ਵੀ ਥੋੜਾ ਜਿਹਾ ਹੋਰ ਪਵਾਣਾ। ਜਿਹਨੇ ਕਿਸੇ ਵਿਧਾਤਾ ਸਿੰਘ ਤੀਰ ਦੀ ਕਵਿਤਾ ਪੜ੍ਹੀ, ਸਕੂਲ ਲੱਗੀ ਹੁੰਦੀ ਸੀ, ਉਹਦਾ ਸਲੇਖ ਸੀ ਪਾਣੀ ਪਾਤਸ਼ਾਹ, ਵਿਧਾਤਾ ਸਿੰਘ ਤੀਰ ਦੀ ਲਿਖਤ ਹੈ। ਪੰਡ ਚੁੱਕ ਲਈ, ਆਪਣਾ ਦਸਤਾਰਾ ਢੱਕਿਆ। ਜਦੋਂ ਮੋਚੀ ਦੇ ਘਰੋਂ ਪੰਡ ਸੁੱਟ ਕੇ ਤੁਰਨ ਲੱਗਾ ਨਾ, ਤੇ ਮੋਚੀ ਨੇ ਆਖਿਆ, ਮਿੱਤਰਾ ਤੇਰਾ ਭਗਵਾਨ ਭਲਾ ਕਰੇ, ਤੇਰਾ ਕੀ ਨਾਂ ਹੈ? ਉਥੇ ਲਿਖਿਆ, ਕਹਿੰਦਾ ਨਾਂ ਹੈ ਰਣਜੀਤ ਮੇਰਾ, ਪਰਜਾ ਦਾ ਕੂਕਰ ਹਾਂ, ਕਾਬਲ ਦੀਆਂ ਕੰਧਾਂ ਤੱਕ ਪਾਉਂਦਾ ਮੈਂ ਕੂਕਰ ਹਾਂ। ਨਾਂ ਹੈ ਰਣਜੀਤ ਮੇਰਾ, ਪਰਜਾ ਦਾ ਕੂਕਰ ਹਾਂ, ਕਾਬਲ ਦੀਆਂ ਕੰਧਾਂ ਤੱਕ ਪਾਉਂਦਾ ਮੈਂ ਕੂਕਰ ਹਾਂ। ਮੈਂ ਤੁਹਾਡਾ ਸੇਵਾਦਾਰ ਹਾਂ, ਪਰ ਕਾਬਲ ਦੀਆਂ ਕੰਧਾਂ ਕੰਬਦੀਆਂ ਨੇ। ਮੋਚੀ ਦਾ ਰੋਹ ਨਿਕਲ ਗਿਆ। ਅੱਜ 1.5 ਸਾਲ ਅਸੀਂ ਪੰਜਾਬ ਦੇ ਲੋਕ ਕੂਕੇ, ਪਰ ਕਾਗਜ਼ਾਂ ਦੇ ਰਾਜਿਆਂ ਦੇ ਕੰਨਾਂ 'ਚ ਆਵਾਜ਼ ਨਹੀਂ ਪਈ ਸਾਡੀ। ਅੱਜ 5 ਸੂਬਿਆਂ ਦੇ ਇਲੈਕਸ਼ਨ ਆਏ ਤੇ ਨੀਤੀ ਬਦਲੀ ਪਈ ਗੁਰੂ ਨਾਨਕ ਪਾਤਸ਼ਾਹ ਦੇ। ਅਸੀਂ ਗੁਰਪੁਰਬ ਤੇ ਕਾਨੂੰਨ ਵਾਪਸ ਲੈਨੇ ਆ, ਕਿ ਕਾਨੂੰਨ ਬਣਾਏ ਕਿਉਂ? ਜੇ ਵਾਪਸ ਲੈ ਤੇ ਬਣਾਏ ਕਿਉਂ? ਅੱਜ ਦੇ ਰਾਜੇ ਉਹਨਾਂ ਰਾਜਿਆਂ ਨਾਲ ਨਹੀਂ ਮਿਲਦੇ, ਵਿੱਚੋਂ ਗੱਲ ਸੁਭਾਵਿਕ ਆ ਗਈ, ਮੈਂ ਜਾਣ ਕੇ ਨਹੀਂ ਲਾਈ। ਗੁਰੂ ਸਾਡੇ ਤੇ ਮਿਹਰ ਕਰੇ। ਜਿਹੜੇ ਉਹ ਰਾਜੇ ਸਨ, ਉਹ ਪਰਜਾ ਦੇ ਸੇਵਾਦਾਰ ਸਨ, ਤੇ ਰਾਜਾ ਆਇਆ, ਵੇਖਿਆ ਕਿ ਮੇਰੀ ਧਰਮ ਪਤਨੀ ਨਾਲ ਕੋਈ ਗੱਭਰੂ ਪਿਆ ਹੈ, ਤਲਵਾਰ ਕੱਢੀ, ਪਰ ਹੌਸਲਾ ਕੀਤਾ, ਮਨਾ ਕਾਹਲਾ ਨਾ ਪਏ, ਸਵੇਰੇ ਪੁੱਛਾਂਗਾ ਮੁੰਡਾ ਕੌਣ ਹੈ। ਨੀਂਦ ਨਹੀਂ ਆਈ। ਆਖਰ ਕਰ ਜਜ਼ਬਾਤੀ ਹੋਇਆ, ਹਲੂਣਿਆ ਘਰਵਾਲੀ ਨੂੰ, ਇਹ ਕੌਣ ਪਿਆ? ਕਹਿਣ ਲੱਗੀ, ਤੁਹਾਡੀ ਬੇਟੀ ਪਈ ਹੈ। ਰਾਜੇ ਨੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗਾ, ਕਿੱਡੀ ਗਲਤੀ ਹੋਣੀ ਸੀ, ਇਹ ਨਾ ਕਹਿ ਜੇ ਮੈਂ ਟਾਈਮ ਪਾਸ ਕਰ ਲਿਆ। ਇਹ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਆਪਣੀ ਕਲਮ ਨਾਲ ਪ੍ਰਸੰਗ ਲਿਖਿਆ ਜੇ। ਦੇਰੀ ਨਹੀਂ ਕਰਨੀ, ਧਰਮ ਕਰਦਿਆਂ ਦੇਰੀ ਨਾ ਕਰ, ਪਾਪ ਕਰਦਿਆਂ ਕਾਹਲਾ ਨਾ ਪਾਓ। ਹੋਇਆ ਕਿ ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨਖੰਡ ਵਿਹਾਣੀ, ਰਾਣੀ ਪਹੁੰਚੀ ਸੰਗਤੀ, ਰਾਜੇ ਖੜੀ ਖੜਾਉ ਪ੍ਰਾਣੀ। ਸਤਸੰਗ ਹੋ ਰਹੀ ਹੈ, ਪ੍ਰਭੂ ਚਰਚਾ ਹੋ ਰਹੀ ਹੈ। ਰਾਜੇ ਨੇ ਡਿਪਲੋਮੇਸੀ ਵਰਤੀ, ਰਾਣੀ ਦੀ ਖੜਾਂ ਚੁੱਕ ਕਰਕੇ ਚੁੱਕ ਲਈ। ਕਹਿਣ ਲੱਗਾ, ਪੁੱਛਾਂਗਾ ਤੇਰੀ ਖੜਾਂ ਕਿੱਥੇ ਹੈ? ਤੇ ਹੋਇਆ ਕਿ ਰਾਜੇ ਨੇ ਖੜਾਂ ਖੜੀ। ਜਦੋਂ ਜੋੜੇ ਖਾਨੇ 'ਚ ਆਏ ਨਾ, ਹੁਣ ਤਾਂ ਆਪਾਂ ਨੂੰ ਨੰਬਰ ਲੈਣੇ ਪੈਂਦੇ ਨੇ, ਵੀ ਨੰਬਰ ਗਵਾਚ ਗਿਆ ਤੇ ਜੁੱਤੀ ਗਈ। ਇਹ ਉਦੋਂ ਨਹੀਂ ਸੀ ਹੁੰਦਾ। ਸਾਧ ਸੰਗਤ ਚੋਰ ਨਹੀਂ। ਆਪਾਂ ਕਈ ਵਾਰ ਕਹਿੰਦੇ, ਮੈਂ ਫਿਰ ਤੁਸੀਂ ਕਹਿਣਾ ਵੀ ਗਿਆਨੀ ਜੀ ਵਿੱਚੋਂ ਆਪਣੀਆਂ ਗੱਲਾਂ ਗੰਢ ਜਾਂਦੇ ਨੇ। ਸੰਤ ਬਾਬਾ ਕਰਤਾਰ ਸਿੰਘ ਕਹਿੰਦੇ ਸਨ ਵੀ ਗੁਰਮੁਖ ਜੁੱਤੀ ਚੁੱਕੀ ਗਈ ਤੇ ਕਦੇ ਨਾ ਆਪ ਮੇਰਾ ਜੋੜਾ ਚੁੱਕਿਆ ਗਿਆ। ਗੁਰੂ ਕੀ ਸੰਗਤ ਚੋਰ ਨਹੀਂ। ਜੁੱਤੀ ਹੋਰ ਮਿਲ ਜਾਏਗੀ, ਪਰ ਗੁਰੂ ਕੀ ਸੰਗਤ ਤੇ ਇਹ ਐਲੀਗੇਸ਼ਨ ਨਾ ਲਾਓ। ਭਾਈ ਗੁਰਦਾਸ ਕਹਿੰਦੇ ਨੇ, ਰਾਜੇ ਖੜੀ ਖੜਾਉ ਪ੍ਰਾਣੀ, ਸੁਖ ਰਾਜੇ ਹਰੀ ਚੰਦ ਕਰ, ਨਾਰ ਸੁਤਾਰਾਂ ਲੋਚਨ ਰਾਣੀ, ਸਾਧ ਸੰਗਤ ਰਾਹ ਦੇ ਰਾਤੀ ਜਾਏ ਸੁਣੀ ਗੁਰਬਾਣੀ। ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਨਖੰਡ ਵਿਹਾਣੀ। ਤੇ ਹੋਇਆ ਕਿ ਰਾਜੇ ਖੜੀ ਖੜਾਉ ਪ੍ਰਾਣੀ, ਸਾਧ ਸੰਗਤ ਅਰਾਧਿਆ। ਵੇਖਿਆ, ਕਹਿਣ ਲੱਗੇ, ਬੀਬੀ ਦੀ ਖੜਾਹਣੀ, ਸਾਧ ਸੰਗਤ ਅਰਾਧਿਆ, ਜੋੜੀ ਜੁੜੀ ਖੜਾਉ ਪ੍ਰਾਣੀ। ਜਿਹੜੀ ਪੁਰਾਣੀ ਖੜਾਂ ਸੀ ਨਾ, ਉਹਦੇ ਨਾਲ ਪਈ ਹੈ। ਜਦੋਂ ਰਾਣੀ ਘਰ ਗਈ,
ਰਾਜਾ ਡੀਕਦਾ ਵੀ ਮੌਕੇ ਤੇ ਰਾਣੀ ਕਾਬੂ ਆ ਗਈ। ਕਹਿਣ ਲੱਗਾ ਰਾਣੀ ਸਾਹਿਬਾ ਖੜਾਂਗ ਕਿੱਥੇ ਹੈ? ਕਹਿੰਦੀ ਰਾਜਾ ਸਾਹਿਬ ਮੇਰੇ ਪੈਰਾਂ 'ਚ ਨੇ। ਰਾਜਾ ਹੈਰਾਨ ਹੋ ਗਿਆ। ਆਪਾਂ ਗੱਲ ਕਰ ਰਹੇ ਹਾਂ ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਸਾਡਾ ਇਹ ਜਾਗਣਾ ਤਾਂ ਸਫਲਾ ਹੈ ਜੇ ਆਪਾਂ ਮਾਇਆ ਤੋਂ ਉੱਪਰ ਉੱਠ ਕਰਕੇ ਜਾਗਦੇ ਰਹੀਏ। ਜਾਗਣਾ ਜਾਗਨ ਲੀਕਾ ਹਰ ਕੀਰਤਨ ਮੈਂ ਜਾਗਣਾ। ਜਾਗਿਆ ਤਾਂ ਸਫਲਾ ਹੈ। ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਜੇ ਮੰਗਣਾ ਵਾਹਿਗੁਰੂ ਦੀ ਵਡਿਆਈ ਮੰਗ। ਬਾਕੀ ਦੇ ਜਿੰਨੇ ਪਦਾਰਥ ਨੇ ਗੁਰਮੁਖਾਈ ਇੱਥੇ ਰਹਿ ਜਾਣੇ ਹਨ। ਗੁਰੂ ਨੇ ਕਿਰਪਾ ਕੀਤੀ ਹੈ ਆਪਾਂ ਜਾਗਦੇ ਹਾਂ। ਪਰ ਗੁਰਮੁਖੋ ਜਾਪਣਾ ਤਾਂ ਸਗਲਾ ਹੈ ਜੇ ਆਪਾਂ ਸੱਤ ਨਾਲ ਜੁੜ ਗਏ ਤੇ ਸੱਤ ਨਾਲ। ਸਮੇਂ ਦੇ ਨਾਲ ਮੈਂ ਸਮਾਪਤੀ ਕਰਾਂ। ਆਪਾਂ ਨਿਤਨੇਮ ਦੇ ਵਿੱਚ ਇੱਕ ਪੰਕਤੀ ਪੜ੍ਹਦੇ ਹਾਂ ਸਾਨੂੰ ਕੰਠ ਸਾਰਿਆਂ ਨੂੰ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੂਤਰਿਆ। ਇਹ ਘਟਨਾ ਕਸ਼ਮੀਰ ਦੇ ਇਲਾਕੇ ਦੀ ਸ਼੍ਰੀਨਗਰ ਦੀ। ਭਾਈ ਮਾਧੋ ਜੀ ਗੁਰੂ ਘਰ ਦੇ ਪ੍ਰਚਾਰਕ ਸਨ। ਭਾਈ ਮਾਧੋ ਜੀ ਗੁਰੂ ਘਰ ਦੇ ਪ੍ਰਚਾਰਕ ਸਨ ਤੇ ਉਹ ਕਥਾ ਕਰਦੇ ਰਾਤ ਨੂੰ। ਇੱਕ ਬੱਚਾ ਜਿਹਦੇ ਮਾਂ ਪਿਓ ਇਸ ਗੱਲ ਨਾਲ ਸਹਿਮਤ ਨਹੀਂ, ਉਹ ਭਾਈ ਮਾਧੋ ਦੀ ਸਤ ਸੰਗਤ ਦੀ ਰਾਤ ਨੂੰ ਆਣ ਕੇ ਹਾਜ਼ਰੀ ਭਰਦਾ। ਜਿਹੜਾ ਆਪਾਂ ਪੜ੍ਹਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ ਧਰਿਆ। ਇਹ ਸ਼ਬਦ ਦੀ ਭੂਮਿਕਾ ਹੈ ਕਿ ਉਹਦੇ ਮਾਂ ਪਿਓ ਕਹਿੰਦੇ ਸਾਡੇ ਭਾ ਦਾ ਮਰਿਆ। ਭਾਣਾ ਵਰਤਿਆ, ਨਗਰ ਵਿੱਚ ਚੋਰੀ ਹੋ ਗਈ। ਉਹ ਰਾਜ ਗੁਰਮੁਖ ਪਿਆਰਾ ਬੱਚਾ ਸਾਧ ਸੰਗਤ ਵਿੱਚੋਂ ਘਰ ਨੂੰ ਜਾ ਰਿਹਾ ਸੀ। ਮੁਲਾਜ਼ਮਾਂ ਨੇ ਕਾਬੂ ਕਰਕੇ ਆਖਿਆ ਵੀ ਕਾਕਾ ਤੂੰ ਚੋਰੀ ਕੀਤੀ ਤੇ ਉਹਨੂੰ ਪਕੜ ਕੇ ਰਾਜੇ ਦੇ ਹਵਾਲੇ ਕਰ ਦਿੱਤਾ। ਉਹ ਕਹਿਣ ਲੱਗਾ ਜੀ ਮੇਰਾ ਕੋਈ ਲੈਣ ਦੇਣ ਨਹੀਂ, ਮੈਂ ਤਾਂ ਸਾਧ ਸੰਗਤ ਵਿੱਚ ਜਾਣਾ। ਭਾਈ ਮਾਧੋ ਜੀ ਨੇ ਪੁੱਛਿਆ ਤੇ ਕਹਿਣ ਲੱਗੇ ਗੁਰਮੁਖਾ ਇਹ ਤਾਂ ਸਾਧ ਸੰਗਤ ਵਿੱਚ ਕਈ ਆਉਂਦੇ ਨੇ, ਮੈਨੂੰ ਕੀ ਪਤਾ ਵੀ ਕੌਣ ਆਇਆ ਤੇ ਕੌਣ ਗਿਆ। ਮੈਂ ਬੰਦਿਆਂ ਦੀ ਗਿਣਤੀ ਨਹੀਂ ਕਰਦਾ। ਆਪਾਂ ਕਥਾ ਕੀਰਤਨ ਕਰਦੇ ਬੰਦਿਆਂ ਦੀ ਗਿਣਤੀ ਕਰਦੇ। ਫਲਾਣੇ ਦੀ ਪੱਗ ਵਿੰਗੀ, ਫਲਾਣੇ ਦੇ ਕੱਪੜੇ ਇਉਂ। ਇਹ ਸਾਧ ਸੰਗਤ ਆਉਣ ਦਾ ਤਰੀਕਾ ਨਹੀਂ। ਸਾਨੂੰ ਕੇਵਲ ਤੇ ਕੇਵਲ ਗੁਰੂ ਦਿਸੇ। ਇੱਥੇ ਇੱਕ ਮੇਰੇ ਸਾਹਮਣੇ ਦ੍ਰਿਸ਼ਟਾਂਤ ਆ ਗਿਆ। ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਆਸ਼ਕਾਂ ਦੇ ਸੰਬੰਧ ਵਿੱਚ ਪੌੜੀ ਹੈ ਤੇ ਉਹਦੀ ਇੱਕ ਪੰਕਤੀ ਦੇ ਨਾਲ ਸੰਬੰਧ ਮੈਂ ਬੇਨਤੀ ਕਰਾਂ। ਉਹ ਇਹ ਹੈ ਰਾਂਝਾ ਹੀਰ ਵਿਖਾਣੀਓ ਉਪਰਮ ਪ੍ਰਾਤੀ। ਮੈਂ ਸੰਤ ਬਾਬਾ ਕਰਤਾਰ ਸਿੰਘ ਨੂੰ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਬਾਕੀ ਦੀਆਂ ਵਾਰਾਂ ਤਾਂ ਠੀਕ ਨੇ ਪਰ ਮੈਨੂੰ ਆ ਪੌੜੀ ਜਿਹੜੀ ਫਿੱਟ ਨਹੀਂ ਜਾਪਦੀ, ਕਿਉਂਕਿ ਉਹਨਾਂ ਨੇ ਭਾਈ ਗੁਰਦਾਸ ਨੇ ਇਹਦੇ ਵਿੱਚ ਮਜਾਜੀ ਆਸ਼ਕਾਂ ਦਾ ਜ਼ਿਕਰ ਕੀਤਾ। ਮੈਨੂੰ ਕਹਿਣ ਲੱਗੇ ਪੁੱਤਰ ਮਹਾਂਪੁਰਸ਼ਾਂ ਦੀ ਗੱਲ 'ਚ ਕੋਈ ਵਜਨ ਹੁੰਦਾ, ਤੈਨੂੰ ਸਮਝ ਨਹੀਂ। ਮੈਂ ਕਿਹਾ ਸਮਝਾਓ। ਉਹਨਾਂ ਨੇ ਬੜਾ ਕੀਮਤੀ ਨੁਕਤਾ ਸਮਝਾਇਆ, ਆਪਾਂ ਨੂੰ ਪੱਲੇ ਬੰਨ੍ਹਣਾ ਚਾਹੀਦਾ ਹੈ। ਬੀਬੀ ਹੀਰ ਆਪਣੇ ਪਿਆਰੇ ਵਾਸਤੇ ਚੂਰੀ ਲੈ ਕੇ ਜਾਂਦੀ। ਇੱਕ ਮੁਸਲਮਾਨ ਬਜ਼ੁਰਗ ਨਮਾਜ਼ ਪੜ੍ਹਦਾ ਹੈ ਤੇ ਹੀਰ ਅੱਗੋਂ ਦੀ ਲੰਘੀ ਤੇ ਉਹਨੂੰ ਨਮਾਜ਼ ਭੁੱਲ ਗਈ ਤੇ ਉਹਨੇ ਹੀਰ ਨੂੰ ਚਪੇੜ ਕੱਢ ਮਾਰੀ। ਮੁਸਲਮਾਨਾਂ 'ਚ ਇੱਕ ਬੜਾ ਚੰਗਾ ਗੁਣ ਹੈ, ਗੁਣ ਦੁਸ਼ਮਣ ਕੋਲ ਮਿਲੇ ਤੇ ਲੈ ਲੈਣਾ ਚਾਹੀਦਾ ਹੈ। ਨਮਾਜ਼ ਪੜ੍ਹਦਿਆਂ ਉਹਨਾਂ ਦੇ ਕੋਈ ਅੱਗੋਂ ਲੰਘੇ ਤੇ ਨਮਾਜ਼ ਕਜਾ ਹੋ ਗਈ ਹੈ। ਤੇ ਆਪਾਂ ਪਤਾ ਕੀ ਕਰਦੇ ਹਾਂ, ਬਾਪੂ ਮਰ ਗਿਆ 2.5 ਬੋਤਲਾਂ ਸ਼ਰਾਬ ਦੀਆਂ ਪੀ ਕੇ ਤੇ ਵੱਡੀ ਫੋਟੋ ਮੜਾ ਕੇ ਲਿਖਦੇ ਨੇ ਸੁਰਗਵਾਸੀ ਫਲਾਨਾ ਸਿੰਘ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਫੋਟੋ ਰੱਖ ਕੇ ਤੇ ਕਹਿੰਦੇ ਗਿਆਨੀ ਜੀ ਜਲੇਬ ਤਾਂ ਮਿਲਣਗੇ ਜੇ ਪਹਿਲਾਂ ਬਾਪੂ ਨੂੰ ਮੱਥਾ ਟੇਕੋ ਸ਼ਰਾਬੀ ਨੂੰ। ਬੇਬੇ ਮਰ ਗਈ, ਸਾਰੇ ਪਿੰਡ ਦੀਆਂ ਪਾਥੀਆਂ ਚੋਰੀ ਕਰਦੀ ਤੇ ਲਿਖਿਆ ਹੁੰਦਾ ਫਲਾਨੀ ਬੇਬੇ ਸੱਚਖੰਡ ਵਾਸੀ। ਇਹ ਪਾਥੀਆਂ ਦੀ ਚੋਰ ਨੂੰ ਹੁਣ ਮੱਥਾ ਟੇਕੀਏ? ਰੱਬ ਦਾ ਵਾਸਤਾ ਜੇ ਮੈਂ ਤੁਹਾਨੂੰ ਸੁਣ ਲਈ ਨਹੀਂ ਕਹਿ ਰਿਹਾ, ਅਸੀਂ ਸ਼ਬਦ ਦੇ ਪੁਜਾਰੀ ਹਾਂ, ਅਸੀਂ ਮੁਰਦਿਆਂ ਨੂੰ ਮੱਥਾ ਨਹੀਂ ਟੇਕਣਾ।
ਇਹ ਬੜੀ ਕ੍ਰੀਤੀ ਆ ਰਹੀ ਅੱਜ ਕੱਲ੍ਹ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਅੱਗੇ ਫੋਟੋ ਰੱਖਦੇ ਨੇ, ਮੁਸਲਮਾਨਾਂ ਦੇ ਅੱਗੋਂ ਕੋਈ ਲੰਘ ਜੇ ਉਹ ਕਹਿੰਦੇ ਨਮਾਜ਼ ਭੰਗ ਹੋ ਗਈ। ਇੱਕ ਦੂਜਾ ਨਮਾਜ਼ ਪੜ੍ਹਦਿਆਂ ਉਹ ਗੱਲ ਨਹੀਂ ਕਰਦੇ। ਤੇ ਆਪਾਂ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ, ਤੇ ਸੋਨੂੰ ਮਾੜਾ ਜਿਹਾ ਮਿੱਠਾ ਘੱਟ ਰੱਖੀ, ਨਾਲੇ ਮਿੱਠਾ ਘੱਟ ਤੇ ਨਾਲੇ ਥਾਪਿਆ ਨਾ ਜੇ ਕੀਤਾ ਨਾ। ਇੱਕ ਪਾਠ ਹੋ ਰਿਹਾ। ਪਾਠ ਉਹ ਹੈ ਜਦੋਂ ਆਪਣੇ ਆਪ ਦੀ ਸੋਝੀ ਨਾ ਰਹੇ, ਸਭ ਕੁਝ ਭੁੱਲ ਜਾਓ ਜੇ ਪਾਠ ਕਰਨ ਦਾ ਤਰੀਕਾ। ਮੈਂ ਬੇਨਤੀ ਕਰ ਰਿਹਾ ਸਾਂ, ਬੀਬੀ ਗਈ, ਬਜ਼ੁਰਗ ਦਾ ਗੁੱਸਾ ਠੰਡਾ ਹੋਇਆ ਤੇ ਬੀਬੀ ਵਾਪਸ ਆਈ ਤੇ ਉਹ ਬਜ਼ੁਰਗ ਹੀਰ ਦੇ ਪੈਰੀਂ ਪੈ ਗਿਆ। ਹੀਰ ਉਹ ਵੀ ਕਹਿਣ ਲੱਗੀ, ਤਾਇਆ ਜੀ ਤੁਸੀਂ ਮੇਰੇ ਪਿਤਾ ਜੀ ਤੋਂ ਵੱਡੇ ਤੇ ਮੇਰੇ ਪੈਰੀਂ ਕਹਿਣ ਲੱਗੇ, ਧੀਏ ਆਪਣੇ ਬਾਪ ਨੂੰ ਦੱਸਿਓ ਕਾਹਲਾ ਬੜਾ ਤੇ ਝਗੜਾ ਨਾ ਕਰੇ, ਮੈਂ ਤੈਨੂੰ ਚਪੇੜ ਮਾਰੀ। ਹੀਰ ਉਹ ਵੀ ਕਹਿਣ ਲੱਗੀ, ਤਾਇਆ ਬੜਾ ਦੁੱਖ ਹੈ। ਕਹਿੰਦੇ ਧੀਏ ਕਿਉਂ? ਕਹਿੰਦੀ ਮੈਂ ਇੱਕ ਬੰਦੇ ਨੂੰ ਪ੍ਰੇਮ ਕਰਦੀ ਤੇ ਮੈਨੂੰ ਨਹੀਂ ਪਤਾ ਕੋਈ ਕੀ ਕਰਦਾ। ਤੁਸੀਂ ਖੁਦਾ ਦੀ ਬਾਤ ਕਰਦੇ ਹੋ, ਬੰਦਿਆਂ ਦੀ ਗਿਣਤੀ ਕਰਦੇ ਕਿ ਨਮਾਜ਼ ਪੜ੍ਹਦੇ ਹੋ। ਗੁਰਮੁਖੋ ਆਪਾਂ ਗੁਰੂ ਘਰ ਵਿੱਚ ਆਉਨੇ ਆ, ਬੰਦਿਆਂ ਦੀ ਗਿਣਤੀ ਕਰਦੇ। ਇਹ ਸਾਡਾ ਗੁਰੂ ਘਰ ਵਿੱਚ ਆਉਣ ਦਾ ਤਰੀਕਾ ਨਹੀਂ। ਸਾਨੂੰ ਕੇਵਲ ਤੇ ਕੇਵਲ ਗੁਰੂ ਦਿਸੇ, ਕਿਉਂਕਿ ਸਾਨੂੰ ਹਦਾਇਤ ਹੈ ਗੁਰੂ 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 ਕਰ ਮਨ ਮੋਰ, ਗੁਰੂ ਬਿਨਾ ਮੈਂ ਨਹੀਂ ਹੋਰ। ਗੁਰੂ ਤੋਂ ਬਿਨਾ ਹੋਰ ਹੈ ਹੀ ਨਹੀਂ। ਹੈ ਤਾਂ ਸਹੀ ਲਖੇ ਜੋ ਕੋਈ ਗੁਰੂ ਬਾਬਾ ਸਾਡੇ ਤੇ ਮਿਹਰ ਕਰੇ, ਸਾਡੇ ਤੇ ਕਿਰਪਾ ਕਰੇ। ਉਹ ਬੱਚੇ ਨੂੰ ਪੁੱਛਿਆ, ਕਹਿਣ ਲੱਗਾ ਜੀ ਮੈਂ ਉਹਨਾਂ ਤੇ ਭਾਈ ਮਾਧੋ ਕਹਿਣ ਲੱਗਾ ਮੈਂ ਨਹੀਂ ਜਾਣਦਾ। ਹੋਇਆ ਕਿ ਉਸ ਬੱਚੇ ਨੂੰ ਸੂਲੀ ਦਾ ਅੱਡ ਹੋਇਆ, ਫਿਰ ਉਹ ਸੂਲੀ ਤੇ ਚਾੜਿਆ ਜਾਏ। ਜਦੋਂ ਸੂਲੀ ਤੇ ਚੜ੍ਹਨ ਲੱਗੇ ਨਾ, ਉਹਨੇ ਦੁਆ ਕੀਤੀ, ਅਰਦਾਸ ਕੀਤੀ, ਵਾਹਿਗੁਰੂ ਮੇਰੇ ਤੇ ਕਿਰਪਾ ਕਰ। ਸੂਲੀ ਹਰੀ ਹੋ ਗਈ। ਉਹ ਰਾਜੇ ਨਿਆਂ ਵਾਲੇ ਸਨ, ਉਹਨਾਂ ਬੱਚੇ ਨੂੰ ਛੱਡ ਦਿੱਤਾ। ਜਦੋਂ ਬੱਚੇ ਨੂੰ ਛੱਡਿਆ ਨਾ, ਆਇਆ ਭਾਈ ਮਾਧੋ ਕੋਲ, ਕਹਿਣ ਲੱਗਾ ਬਾਬਾ ਜੀ ਮੇਰੀ ਜਾਨ ਬਗੜੀ ਤੁਹਾਡੀ ਸੰਗਤ ਕਰਕੇ। ਭਾਈ ਮਾਧੋ ਜੀ ਜਦੋਂ ਉਸ ਬੱਚੇ ਨੂੰ ਲੈ ਕੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਕੋਲ ਆਏ ਨੇ ਨਾ, ਤਾਂ ਉਸ ਮੌਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਮਾਧੋ ਇਹ ਸਤ ਸੰਗਤ ਤੇ ਸਾਧ ਸੰਗਤ ਦੀ ਮਾਨਤਾ ਹੈ। ਇਸ ਕਰਕੇ ਗੁਰਮੁਖੋ ਸਾਡਾ ਜਾਗਣਾ ਤਾਂ ਸਫਲਾ ਹੈ ਅਸੀਂ ਸਤ ਨਾਲ ਜੁੜੀਏ। ਅਗਰ ਸਤ ਨਾਲ ਨਾ ਜੁੜੇ ਤੇ ਨਾ ਸਾਡਾ ਜਾਗਣਾ ਸਫਲਾ, ਨਾ ਸਾਡੀ ਸਤ ਸੰਗਤ, ਨਾ ਸਾਧ ਸੰਗਤ। ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ, ਅਸੀਂ ਜਾਗੀਏ ਪਰਮਾਤਮਾ ਦੀ ਯਾਦ ਵਿੱਚ, ਅਸੀਂ ਤਿਆਗੀਏ ਵਿਕਾਰਾਂ ਨੂੰ, ਅਸੀਂ ਮੰਗੀਏ ਨਾਮ ਨੂੰ। ਇਹ ਸਾਡਾ ਜਾਗਣਾ ਤਾਂ ਸਫਲਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਾਨ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਨਮਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਆਪ ਸਿੱਖ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਤਾਂ ਸਤਿਕਾਰਯੋਗ ਸਾਧ ਸੰਗਤ ਜੀ ਹੁਣ ਇੱਥੇ ਸਮਾਪਤੀ ਹੈ ਅੱਜ ਰਾਤਰੀ ਦੇ ਦੀਵਾਨ ਦੀ। ਆਪ ਸਮੁੱਚੀਆਂ ਸੰਗਤਾਂ ਬਹੁਤ ਲੰਬੇ ਸਮੇਂ ਤੋਂ ਗੁਰੂ ਦਰਬਾਰ ਦੇ ਵਿੱਚ ਸੱਜ ਬੈਠੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਸਨਮਾਨ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ, ਆਪ ਜੀ ਵੀ ਸਟੇਜ ਤੇ ਸੁਭਾਇਮਾਨ ਨੇ। ਸਤਿਕਾਰਯੋਗ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ, ਸਤਿਕਾਰਯੋਗ ਬਾਬਾ ਗਿਆਨ ਸਿੰਘ ਸਾਹਿਬ ਜੀ, ਸਤਿਕਾਰਯੋਗ ਬਾਬਾ ਅਵਤਾਰ ਸਿੰਘ ਚੰਦ ਜੀ ਮਖੂ ਤੋਂ, ਸਤਿਕਾਰਯੋਗ ਬਾਬਾ ਤੇਗ ਸਿੰਘ ਸਾਹਿਬ ਜੀ, ਹੋਰ ਵੀ ਸੰਪਰਦਾ ਦੇ ਸਾਰੇ ਹੀ ਸੇਵਾਦਾਰ ਜਥੇਦਾਰ, ਵੱਖ-ਵੱਖ ਇਲਾਕਿਆਂ 'ਚੋਂ ਪਹੁੰਚੇ ਹੋਏ ਗੁਰਮੁਖ ਪਿਆਰੇ ਸਾਰੇ ਹੀ ਸਟੇਜ ਤੇ ਸੁਭਾਇਮਾਨ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਦੀਆਂ ਖੁਸ਼ੀਆਂ ਨੂੰ ਮਾਣ ਰਹੇ ਨੇ। ਆਓ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਗੁਪਤ ਹੋ ਚੁੱਕਾ ਹੈ। ਸਾਹਿਬ ਗੁਰਦੇਵ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸਮਾਪਤੀ ਦੀ ਅਰਦਾਸ ਕਰੀਏ।
ਕੁਝ ਬੇਨਤੀਆਂ ਨੇ ਕਿ ਕੱਲ੍ਹ ਨੂੰ ਦਸ਼ਮੇਸ਼ ਆਈ ਹਸਪੀਟਲ ਜਿਸ ਦਾ ਉਦਘਾਟਨ ਹੈ, ਆਪ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਸੇਵਾਵਾਂ ਚੱਲ ਰਹੀਆਂ ਨੇ, ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਸੀ, ਜੋ ਮਹਾਂਪੁਰਸ਼ਾਂ ਨੇ ਉਸ ਜ਼ਰੂਰਤ ਨੂੰ ਸਮਝਦਿਆਂ ਹੋਇਆਂ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਹਸਪੀਟਲ ਤਿਆਰ ਕਰਵਾਇਆ ਹੈ। ਕੱਲ੍ਹ ਨੂੰ ਉਹਦਾ ਉਦਘਾਟਨ ਹੋਣਾ ਹੈ। ਸ੍ਰੀ ਖਟਪੜ ਸਾਹਿਬ ਉੱਥੇ ਪ੍ਰਾਰੰਭ ਨੇ, ਸਵੇਰੇ ਭੋਗ ਪੈਣਗੇ, ਲਗਭਗ 10-11 ਵਜੇ ਉਦਘਾਟਨ ਹੋਵੇਗਾ ਔਰ ਇਸੇ ਸਥਾਨ ਦੇ ਉੱਤੇ ਸਵੇਰੇ 8 ਵਜੇ ਦੀਵਾਨ ਦੀ ਆਰੰਭਤਾ ਹੋ ਜਾਣੀ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਸਤਿਕਾਰਯੋਗ ਸਾਧ ਸੰਗਤ, ਜਿੱਥੇ ਆਪ ਸਾਰੀ ਸੰਗਤ ਇਸ ਇਲਾਕੇ ਦੀ, ਯੂਪੀ ਦੀ ਸੰਗਤ ਬਹੁਤ ਹੀ ਸ਼ਰਧਾ ਦੇ ਨਾਲ ਹਾਜ਼ਰੀਆਂ ਭਰਦੀ ਹੈ, ਉੱਥੇ ਮਹਾਂਪੁਰਸ਼ਾਂ ਦੇ ਨਾਲ ਪਿਆਰ ਰੱਖਣ ਵਾਲੀਆਂ ਸਿੱਖ ਸੰਗਤਾਂ, ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ, ਗੁਹਾਟੀ ਤੋਂ, ਕਲਕੱਤੇ ਤੋਂ, ਬੰਬੇ ਤੋਂ, ਬੜੌਦੇ ਤੋਂ ਸੰਗਤ ਆਈ ਹੈ। ਗੁਰਮੁਖ ਪਿਆਰੇ ਪਹੁੰਚੇ ਨੇ, ਮਹਾਂਪੁਰਸ਼ਾਂ ਦੇ ਨਾਲ ਸਨੇਹ ਮੋਹ ਪਿਆਰ, ਔਰ ਸਾਡੇ ਵਿੱਚ ਸਟੇਜ ਤੇ ਸੁਭਾਏਮਾਨ ਸਨ, ਜਿਨ੍ਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਹੈ, ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਵਰੂਪ ਲਿਖੇ ਨੇ। ਜਦੋਂ ਆਪਾਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਨ ਵਾਸਤੇ ਜਾਂਦੇ ਹਾਂ, ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਉੱਪਰ ਸਰੂਪ ਪ੍ਰਕਾਸ਼ਮਾਨ ਹੈ, ਉਹ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਰਕੇ ਆਪ ਜੀ ਦੇ ਪਾਸੋਂ ਉਸ ਸਰੂਪ ਦੀ ਸੇਵਾ ਲਈ ਹੈ, ਉਹ ਸਰੂਪ ਲਿਖਿਆ ਗਿਆ। ਹਾਂਜੀ ਬੋਲੋ। ਸਤਿਕਾਰਯੋਗ ਸਾਧ ਸੰਗਤ ਜੀ, ਕੱਲ੍ਹ ਨੂੰ ਆਪਾਂ ਹਸਪੀਟਲ ਦਾ ਜਿਹੜਾ ਉਦਘਾਟਨ ਹੋਣਾ ਹੈ, ਉਹਦੇ ਵਿੱਚ ਜਿੱਥੇ ਆਪ ਸਿੱਖ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਹੈ, ਸੰਪਰਦਾ ਦਾ ਬਹੁਤ ਵੱਡਾ ਉਦਮ ਉਪਰਾਲਾ ਹੈ, ਇਹਦੇ ਵਿੱਚ ਸਨਮਾਨ ਸਤਿਕਾਰਯੋਗ ਸਰਦਾਰ ਬਹਾਦਰ ਸਿੰਘ ਜੀ ਵਨ ਬੀਟ ਹਸਪੀਟਲ ਭੀਰਾ ਵਾਲੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਆਪ ਅਮਰੀਕਾ ਤੋਂ ਚੱਲ ਕਰਕੇ ਆਏ ਨੇ, ਉਹਨਾਂ ਦਾ ਵੀ ਧੰਨਵਾਦ ਹੈ ਮਹਾਂਪੁਰਸ਼ਾਂ ਵੱਲੋਂ। ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ ਇੰਗਲੈਂਡ ਤੋਂ, ਆਪ ਜੀ, ਮੈਂ ਰਾਤੀ ਵੀ ਬੇਨਤੀ ਕੀਤੀ ਸੀ, ਜਿੱਥੇ ਭਾਰਤ ਦੇ ਕੋਨੇ-ਕੋਨੇ 'ਚੋਂ ਸੰਗਤ ਆਉਂਦੀ ਹੈ, ਉੱਥੇ ਇਹ ਜਿਹੜਾ ਮਹਾਨ ਸਮਾਗਮ ਹੈ, ਇਹ ਏਡੀ ਵਿਸ਼ਾਲਤਾ ਲੈ ਚੁੱਕਾ ਹੈ। ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤਾਂ ਇਸ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸ਼ਰਧਾ ਰੱਖਦੇ ਹੋਏ, ਮਹਾਂਪੁਰਸ਼ਾਂ ਦੇ ਨਾਲ ਪਿਆਰ ਰੱਖਦੀਆਂ ਹੋਈਆਂ ਸਿੱਖ ਸੰਗਤਾਂ ਆਉਂਦੀਆਂ ਨੇ। ਜਿੱਥੇ ਆਪ ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੇ ਹੋ, ਉੱਥੇ ਮਹਾਂਪੁਰਸ਼ਾਂ ਦੇ ਨਾਲ ਪਿਆਰ ਰੱਖਣ ਵਾਲੇ ਬਹੁਤ ਹੀ ਸਤਿਕਾਰਯੋਗ ਸੇਠ ਜੀ ਕੋਟੇ ਤੋਂ ਚੱਲ ਕੇ ਆਏ ਨੇ, ਸਤਿਕਾਰਯੋਗ ਪਾਲੀਵਾਲ ਜੀ, ਉਹ ਵੀ ਹਾਜ਼ਰੀ ਲਵਾਉਣ ਵਾਸਤੇ ਆਏ ਨੇ ਸਮੇਤ ਪਰਿਵਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੇ ਵਿੱਚ ਸਤਿਕਾਰਯੋਗ ਸਰਦਾਰ ਸਰੂਪ ਸਿੰਘ ਜੀ, ਆਪ ਜੀ ਵੀ ਵਿਦੇਸ਼ ਦੀ ਧਰਤੀ ਤੋਂ ਆਏ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ। ਸਤਿਕਾਰਯੋਗ ਸਾਧ ਸੰਗਤ ਜੀ, ਸਨਮਾਨ ਸਤਿਕਾਰਯੋਗ ਹਰਜਿੰਦਰ ਸਿੰਘ ਜੀ ਖੇਲਾ ਜੀ, ਜੋ ਕਿ ਪਿਛਲੇ ਕਈ ਦਿਨਾਂ ਤੋਂ ਆ ਕਰਕੇ ਇੱਥੇ ਸੇਵਾ ਨਿਭਾ ਰਹੇ ਸਨ, ਉਹਨਾਂ ਨੇ ਵੀ ਬਹੁਤ ਵੱਡੀ ਸੇਵਾ ਕੀਤੀ ਹੈ, ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ। ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਵੀ ਸਿੰਘ ਆਉਂਦੇ ਨੇ, ਉਹ ਆ ਕਰਕੇ ਇੱਥੇ ਸਾਰੀਆਂ ਸੇਵਾਵਾਂ ਨੂੰ ਜ਼ਿੰਮੇਵਾਰੀ ਦੇ ਨਾਲ ਦੇਖਦੇ ਨੇ। ਇਹ ਨਹੀਂ ਕਿ ਮਹਿਮਾਨ ਬਣ ਕੇ ਬੈਠਦੇ ਨੇ, ਆਪੋ ਆਪਣੀ ਜ਼ਿੰਮੇਵਾਰੀ ਮਹਾਂਪੁਰਸ਼ਾਂ ਕੋ ਆ ਕੇ ਸਾਰੇ ਹੀ ਪੁੱਛਦੇ ਨੇ ਕਿ ਸਾਨੂੰ ਕੋਈ ਸੇਵਾ, ਸਾਨੂੰ ਕੋਈ ਜ਼ਿੰਮੇਵਾਰੀ ਦਿਓ, ਜੋ ਕਿ ਏਡੇ ਵੱਡੇ ਪ੍ਰਬੰਧ ਦੇ ਵਿੱਚ ਥੋੜ੍ਹਾ ਸਾਰਿਆਂ ਦਾ ਸਹਿਯੋਗ ਰਹਿੰਦਾ ਹੈ। ਵਿਦੇਸ਼ ਦੀਆਂ ਸੰਗਤਾਂ ਅਲੱਗ-ਅਲੱਗ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿੱਥੇ ਵੀ ਮਹਾਂਪੁਰਸ਼ਾਂ ਦੇ ਨਾਲ ਪਿਆਰ ਰੱਖਣ ਵਾਲੀਆਂ ਸੰਗਤਾਂ ਨੇ, ਉਹ ਲਾਈਵ ਟੈਲੀਕਾਸਟ ਮਾਧਿਅਮ ਦੇ ਰਾਹੀਂ ਵੀ ਸਾਰੀ ਸੰਗਤ ਜੁੜੀ ਹੋਈ ਹੈ। ਸਾਰੀ ਸੰਗਤ ਦਾ ਧੰਨਵਾਦ ਹੈ। ਸਤਿਕਾਰਯੋਗ ਸਾਧ ਸੰਗਤ,
ਚੜ੍ਹਦੀ ਕਲਾ ਟਾਈਮ ਟੀਵੀ ਤੇ ਵੀ ਲਾਈਵ ਚੱਲ ਰਿਹਾ ਹੈ, ਅੰਮ੍ਰਿਤ ਬਾਣੀ ਤੇ ਵੀ ਲਾਈਵ ਚੱਲ ਰਿਹਾ ਹੈ, ਔਰ ਅਰਦਾਸ ਟੀਵੀ ਇਸ ਚੈਨਲ ਤੇ ਵੀ ਲਾਈਵ ਚੱਲ ਰਿਹਾ ਹੈ। ਮਹਾਂਪੁਰਸ਼ਾਂ ਦਾ ਆਪਣਾ ਚੈਨਲ ਨਾਨਕ ਪਿਆਓ ਮਹਿੰਗਾਪੁਰ ਟੀਵੀ ਇਸ ਤੇ ਵੀ ਲਾਈਵ ਚੱਲ ਰਿਹਾ ਹੈ ਪਰਸੋਂ ਦੇ ਰੋਜ਼ ਤੋਂ ਹੀ। ਕੱਲ ਨੂੰ ਵੀ ਇਹ ਸਾਰੇ ਚੈਨਲ ਲਾਈਵ ਕਰਨਗੇ। ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ 10 ਵਜੇ ਤੋਂ ਲਾਈਵ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ। ਆਪ ਸਾਰੀਆਂ ਸੰਗਤਾਂ ਇੱਥੇ ਹਾਜ਼ਰੀਆਂ ਭਰ ਰਹੇ ਹੋ। ਜਿਹੜੇ ਪਰਿਵਾਰਕ ਮੈਂਬਰ ਨਹੀਂ ਆਏ, ਆਪਾਂ ਉਹਨਾਂ ਨੂੰ ਇਹ ਸੁਨੇਹਾ ਦੇ ਸਕਦੇ ਹੋ, ਘਰਾਂ ਦੇ ਵਿੱਚ ਬੈਠੇ ਹੋਏ ਵੀ, ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਵੀ ਇਸ ਸਾਰੇ ਗੁਰਮਤਿ ਸਮਾਗਮ ਦਾ ਆਨੰਦ ਮਾਣ ਸਕਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਨੂੰ ਉਹ ਮਾਣ ਸਕਦੇ ਨੇ। ਤਾਂ ਆਓ ਹੁਣ ਆਪਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅੱਜ ਦੇ ਇਸ ਦੀਵਾਨ ਦੀ ਸਮਾਪਤੀ ਦੀ ਅਰਦਾਸ ਕਰੀਏ। ਧੰਨ ਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰੂ ਕੇ ਅਰਦਾਸੀਏ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਆਏ ਨੇ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਉਹਨਾਂ ਹਾਜ਼ਰੀ ਲਵਾਈ ਹੈ। ਸੰਪਰਦਾ ਵੱਲੋਂ, ਮਹਾਂਪੁਰਸ਼ਾਂ ਵੱਲੋਂ ਉਹਨਾਂ ਨੂੰ ਜੀ ਆਇਆਂ। ਸਤਿਗੁਰੂ ਦੇ ਪਵਿੱਤਰ ਚਰਨਾਂ ਦੇ ਵਿੱਚ ਉਹ ਅਰਦਾਸ ਕਰਨਗੇ। ਆਪਾਂ ਸਾਰਿਆਂ ਨੇ ਸਤਿਗੁਰੂ ਦੇ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਕੇ ਅਰਦਾਸ ਕਰਨੀ ਹੈ ਔਰ ਅੰਮ੍ਰਿਤ ਵੇਲੇ ਫਿਰ ਇਸੇ ਤਰ੍ਹਾਂ ਦੀਵਾਨ ਸੱਜਣਗੇ ਤੇ ਹਾਜ਼ਰੀਆਂ ਭਰਨੀਆਂ ਹਨ। ਸਵੇਰ ਤੋਂ ਲੈ ਕਰਕੇ ਹੁਣ ਤੱਕ ਸਟੇਜ ਦੀ ਸੇਵਾ ਨਿਭਾਉਂਦਿਆਂ ਹੋਇਆਂ ਦਸਰੇ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ। ਪਿਆਰ ਵਿੱਚ ਆਓ ਤੇ ਸਾਰੇ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੁਮ ਮਾਤ ਪਿਤਾ ਹਮ, ਕੋਇ ਨ ਜਾਣੈ ਤੁਮਰਾ ਅੰਤ ਉਚੇਤੇ। ਸਗਲ ਸਮਗਰੀ ਤੁਮਰੈ, ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਤੁਧ ਆਗੇ ਅਰਦਾਸ। ਕਹੋ ਨਾਨਕ ਸਭ ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਈ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕਾਏ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਈ। ਅਰਜਨ ਹਰ ਗੋਬਿੰਦਨੋ, ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆਏ, ਘਰ ਨਾਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬਲਦੇ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ, ਚਲਾਈ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ
ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਦ ਪੰਥ ਕੀ ਜੀਤ। ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਧੰਨ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਧੰਨ ਧੰਨ ਕਲਗੀਧਰ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਪਤਿਤ ਪਾਵਨ ਭਗਤ ਵਛਲ ਜੋਤੀ ਸਵਰੂਪ ਦੀਨਾ ਬੰਧੂ ਕਰੁਣਾ ਨਿਦਾਨ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜੂਰ ਪਾਵਨ ਚਰਨਾਂ ਵਿੱਚ ਸਾਧ ਸੰਗਤ ਜੀ ਕੀ ਅਰਦਾਸ ਬੇਨਤੀ ਜੋਦੜੀ ਅਰਜ਼ੋਈ ਬਿਨੇ ਹੈ ਪਾਤਸ਼ਾਹ ਜੀਓ। ਆਪ ਜੀਆਂ ਦੀ ਪਾਵਨ ਗੁਰਬਾਣੀ ਦੇ ਮਹਾਵਾਕ ਹਨ ਜੀ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ। ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਦੇ ਮਹਾਵਾਕਾਂ ਅਨੁਸਾਰ। ਸਤਿਗੁਰੂ ਜੀਓ ਆਪ ਜੀ ਦੇ ਮੁਬਾਰਕ ਚਰਨ ਪਰਸਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸੰਪਰਦਾਇ ਸਰਹਾਲੀ ਸਾਹਿਬ ਵਾਲੇ ਮਹਾਂਪੁਰਖਾਂ ਵੱਲੋਂ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਤਿਨਾਂ ਤੋਂ ਵਰਸਾਏ ਹੋਏ ਮਹਾਂਪੁਰਖ ਸੰਤ ਬਾਬਾ ਭੋਲਾ ਸਿੰਘ ਜੀ ਜਥੇਦਾਰ ਬਾਬਾ ਗੁਰਨਾਮ ਸਿੰਘ ਜੀ ਅਤੇ ਸਮੁੱਚੀ ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ ਵੱਲੋਂ
ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦੇ ਗੁਰਮਤਿ ਸਮਾਗਮ ਮਨਾਉਂਦਿਆਂ ਹੋਇਆਂ ਸਤਿਗੁਰੂ ਜੀ ਆਪ ਜੀ ਦੇ ਮੁਬਾਰਕ ਚਰਨਾਂ ਵਿੱਚੋਂ ਆਸੀਸ ਲੈ ਕਰਕੇ ਰਾਤਰੀ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਕੀਤੀ ਗਈ ਸੀ। ਆਪ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ ਜੀ। ਦੀਵਾਨਾਂ ਦੀ ਨਿਰਵਿਘਨਤਾ ਸਹਿਤ ਸਮਾਪਤੀ ਹੋਈ ਹੈ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਸਤਿਗੁਰੂ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕਥਾ ਵਿਚਾਰਾਂ ਗੁਰਮਤਿ ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ। ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ ਜੀ। ਅਗਾਂਹ ਤੋਂ ਸਮਤ ਬਖਸ਼ਿਸ਼ ਕਰਦਿਆਂ ਹੋਇਆਂ ਭੈ ਅਤੇ ਭਾਵਨੀ ਸਾਹਿਤ ਆਪ ਜੀਆਂ ਦੀ ਪਾਵਨ ਬਾਣੀ ਗਾਇਨ ਕਰਨ ਦੀ ਦਾਤ ਬਖਸ਼ਿਸ਼ ਕਰਨੀ ਜੀ। ਪੜੀ ਸੁਣੀ ਗੁਰਬਾਣੀ ਦੇ ਅੱਖਰ ਅੱਖਰ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਤਿਗੁਰੂ ਜੀਓ ਮਹਾਨ ਬਖਸ਼ਿਸ਼ ਰਹਿਮਤ ਕਿਰਪਾ ਕਰਨੀ ਜੀ। ਸਮੁੱਚੀ ਸੰਪਰਦਾ ਦੇ ਸਿੰਘਾਂ ਅੰਦਰ ਪ੍ਰੇਮ ਇਤਫਾਕ ਸਲੂਕ ਦੀ ਭਾਵਨਾ ਬਖਸ਼ਿਸ਼ ਕਰਨੀ। ਸਮੁੱਚੀਆਂ ਸੰਗਤਾਂ ਦੇ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਏਕਤਾ ਇਕੱਤਰਤਾ ਰਲ ਮਿਲ ਕਰਕੇ ਬੈਠਣ ਦੀ ਸਮਰੱਥਾ ਬਖਸ਼ਿਸ਼ ਕਰਨੀ। ਘਰਾਂ ਅੰਦਰ ਸੁਖ ਆਨੰਦ ਮੰਗਲਾ ਜੈ ਜੈਕਾਰ ਕਰਨੀ ਜੀ। ਆਦਾਂ ਵਿਆਦਾਂ ਉਪਾਦਾਂ ਦਾ ਨਾਸ਼ ਕਰਨਾ। ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਦੇਸ਼ ਕੌਮ ਧਰਮ ਪੰਥ ਦੇ ਵਫਾਦਾਰ ਹੋਣ ਦਾ ਮਾਣ ਦੇਣਾ। ਉੱਚਾ ਸੁੱਚਾ ਜੀਵਨ ਬਖਸ਼ਣਾ ਜੀ। ਜੀਵਨ ਵਿੱਚ ਸਫਲਤਾਈਆਂ ਬਖਸ਼ਿਸ਼ ਕਰਨੀਆਂ। ਹਰ ਪ੍ਰਕਾਰ ਕਰਕੇ ਸਹਾਇਤਾ ਕਰਕੇ ਨਿਵਾਜਣਾ ਜੀ। ਇਹਨਾਂ ਮਹਾਨ ਕਾਰਜਾਂ ਦੇ ਅੰਦਰ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਵੱਲੋਂ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਜੀ। ਸਭਨਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਚੜ੍ਹਦੀਆਂ ਕਲਾ ਵਿੱਚ ਸੇਵਾਵਾਂ ਕਰਨ ਦੇ ਬਲ ਉਦਮ ਉਪਰਾਲੇ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀਓ ਆਪ ਜੀ ਦੇ ਹਜੂਰ ਬੇਅੰਤ ਸੰਗਤ ਨੇ ਦੂਰੋਂ ਨੇੜਿਓਂ ਹਾਜ਼ਰੀ ਭਰੀ ਹੈ ਜੀ। ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜੂਰ ਸਦੇ ਹੋਏ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ। ਆਨੰਦ ਸਾਹਿਬ ਦੀਆਂ 6 ਪੌੜੀਆਂ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ। ਸੇਵਕਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਵਾਲੀਆਂ ਬਖਸ਼ਿਸ਼ਾਂ ਕਰਕੇ ਨਿਵਾਜਣਾ ਜੀ। ਕਰੋ ਜੀ ਕਿਰਪਾ ਪਾਵਨ ਮੁਖ ਵਾਕ ਬਖਸ਼ਿਸ਼ ਕਰਕੇ ਆਈ ਹੋਈ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਗਿਆ ਭਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲेंगे। ਵਾਹਿਗੁਰੂ ਨਾਮ ਜਹਾਜ ਹੈ
ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ, ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਕਬੀਰ ਸੇਵਾ ਕੋ ਦੋਏ ਪਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੋ ਕਹੋ ਟਲ ਗੁਰ ਸੇਵਿਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹਿਆ, ਸਭਨਾ ਦਾ ਵਿਸਾਹੋ। ਵਾਹਿਗੁਰੂ ਸਾਹਿਬ ਜੀਓ। ਹੱਲੇ ਯਾਰਾਂ ਹੱਲੇ ਯਾਰਾਂ ਖੁਸ਼ ਖਬਰੇ, ਬਲ ਬਲ ਜਾਓ ਹਾਂ ਬਲ ਬਲ ਜਾਓ। ਹੱਲੇ ਯਾਰਾਂ ਖੁਸ਼ ਖਬਰੇ, ਬਲ ਬਲ ਜਾਓ ਹਾਂ ਬਲ ਬਲ ਜਾਓ। ਨੇਕੇ ਤੇਰੇ ਬਿਗਾਰੇ, ਆਲ ਤੇਰਾ ਨਾਮ ਰਹਾਉ। ਕੁਜਾ ਆਮਦ ਕੁਜਾ ਰਫਤੇ, ਕੁਜਾ ਮੇਰਾ ਵੇ। ਦੁਆਰਕਾ ਨਗਰੇ ਰਾਸ ਬਗੋਏ। ਖੂਬ ਤੇਰੇ ਪਗਰੇ, ਮਿੱਠੇ ਤੇਰੇ ਬੋਲ। ਦੁਆਰਕਾ ਨਗਰੇ ਕਾਹੇ ਕੇ ਮਗੋਲਾ। ਚੰਦੇ ਹਜ਼ਾਰ ਆਲਮ ਏਕਲ ਖਾਨਾ, ਹਮ ਚਿਨੇ ਪਾਤਸ਼ਾਹ ਸਾਂਵਲੇ ਬਰਨਾ। ਆਸ ਪਤ ਗਜ ਪਤ ਨਰੇ ਨਰਿੰਦ। ਨਾਮੇ ਕੇ ਸਵਾਮੀ ਮੇਰੇ ਮਕੰਦ।
ਆਸਪਤ ਗਜਪਤ ਨਰੇ ਨਰਿੰਦ ਨਾਮੇ ਕੇ ਸੁਆਮੀ ਮੇਰੇ ਮੁਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੱਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਓ ਹਾਂ ਬਲ ਬਲ ਜਾਓ ਨੇਕੇ ਤੇਰੀ ਬਿਗਾਰੀ ਆਲੇ ਤੇਰਾ ਨਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਤੀਸਰੇ ਦਿਨ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਧੰਨਵਾਦ, ਜਿਨ੍ਹਾਂ ਨੇ ਬੜੀ ਬਖਸ਼ਿਸ਼ ਕੀਤੀ ਹੈ। ਸਤਿਕਾਰਯੋਗ ਬਾਬਾ ਜੀ ਨੂੰ ਬੇਨਤੀ ਕਰਾਂਗਾ ਕਿ ਆਪ ਸਿੱਖ ਸੰਗਤਾਂ ਦੇ ਨਾਲ ਜਿੰਨਾ ਚਿਰ ਦੇਗ ਵਰਤਦੀ ਹੈ, ਸਤਿਗੁਰੂ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੁੰਦੀ ਹੈ, ਉਹਨਾਂ ਚਿਰ ਕੁਝ ਵਿਚਾਰਾਂ ਸਾਂਝੀਆਂ ਕਰਨਗੇ ਸਤਿਕਾਰਯੋਗ ਬਾਬਾ ਗੁਰਨਾਮ ਸਿੰਘ ਸਾਹਿਬ ਜੀ। ਜੁਗੋ ਜੁਗ ਅਟਲ ਛਤਰ ਚਵਰ ਤਖਤਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹੋਲੇ ਮਹੱਲੇ ਦੇ ਮਹਾਨ ਗੁਰੂ ਸਮਾਗਮ ਵਿੱਚ ਜੁੜ ਮਿਲ ਕੇ ਬੈਠੀ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਹਰ ਸਾਲ ਦੀ ਤਰ੍ਹਾਂ ਮਹਾਨ ਗੁਰਮਤਿ ਸਮਾਗਮ ਜੋ ਕਿ ਪਰਸੋਂ ਦੇ ਰੋਜ਼ ਤੋਂ ਪ੍ਰਾਰੰਭ ਹੋਏ ਸਨ, ਅੱਜ ਤੀਸਰੇ ਦਿਨ ਦੇ ਦੀਵਾਨ ਦੇ ਸੰਪੂਰਨਤਾ ਹੀ ਹੋਈ ਹੈ। ਆਪ ਸਮੂਹ ਸੰਗਤਾਂ ਨੇ ਜਿੱਥੇ ਹਾਜ਼ਰੀਆਂ ਭਰੀਆਂ ਨੇ, ਉੱਥੇ ਸਤਿਗੁਰਾਂ ਦੀ ਕਿਰਪਾ ਦੁਆਰਾ ਕੌਮ ਦੇ ਮਹਾਨ ਪ੍ਰਚਾਰਕ ਕੀਰਤਨੀ ਜਥੇ, ਢਾਡੀ ਜਥੇ, ਸਿੰਘ ਸਾਹਿਬਾਨ ਅਤੇ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ, ਨਿਰੋਲ ਗੁਰਬਾਣੀ ਦੇ ਕੀਰਤਨ ਕੀਤੇ, ਕਥਾ ਵਿਚਾਰਾਂ ਕੀਤੀਆਂ ਔਰ ਢਾਡੇ ਵਾਰਾਂ ਗਹਿਣ ਕੀਤੀ, ਜਿਨ੍ਹਾਂ ਦੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ, ਭਾਗ ਜਾਗੇ, ਪੂਰਵ ਕਰਮ ਅੰਕਰ ਜਾ ਪ੍ਰਗਟੇ, ਜਨਮ ਜਨਮ ਕੀ ਸੋਈ ਜਾਗੀ। ਪੁਰਬਲੇ ਭਾਗ ਜਾਗੇ ਤਾਂ ਸਾਧ ਸੰਗਤ ਦੀ ਦੇਸ਼ ਭਾਵੇਂ ਵਿਦੇਸ਼ ਭਾਵੇਂ ਪ੍ਰਦੇਸ਼ ਸਭ ਸੰਗਤਾਂ ਨੇ ਆਪਣੀ ਭਾਵਨਾ ਪਿਆਰ ਦੇ ਨਾਲ ਵੱਧ ਤੋਂ ਵੱਧ ਸੰਯੋਗ ਤਨ ਮਨ ਧਨ ਦੇ ਨਾਲ ਸੇਵਾਵਾਂ ਬੜੇ ਪਿਆਰ ਭਾਵਨਾ ਨਾਲ ਆਪ ਸੰਗਤ ਕਰ ਰਹੇ ਹੋ। ਸੰਗਤ ਜੀ, ਜਿਵੇਂ ਪੰਛੀ ਦੇ ਦੋ ਪਰ ਹੁੰਦੇ ਨੇ, ਇਸੇ ਤਰ੍ਹਾਂ ਜੀਵ ਦੇ ਉਧਾਰ ਵਾਸਤੇ, ਜੀਵ ਦੀ ਕਲਿਆਣਤਾ ਵਾਸਤੇ, ਜੀਵ ਦੇ ਭਲੇ ਵਾਸਤੇ ਸੇਵਾ ਤੇ ਸਿਮਰਨ ਦੇ ਦੋ ਫਰ, ਦੋ ਕਰ ਰਹੇ ਹੋ। ਜਿੱਥੇ ਇੱਥੇ ਸੰਗਤਾਂ ਲੱਗੀਆਂ ਨੇ, ਉੱਥੇ ਉੱਥੇ ਜਿੱਥੇ ਸੇਵਾ ਕਰ ਰਹੀਆਂ ਨੇ, ਉੱਥੇ ਨਾਲ ਨਾਲ ਨਾਮ ਨਾਲ ਜੁੜੀਆਂ ਹੋਈਆਂ ਨੇ। ਇਸ ਸੰਸਾਰ 'ਤੇ ਆਉਣ ਦਾ ਮਨੋਰਥ ਹੀ ਇਹੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਪਕੜੇ ਸਭ ਮੁਕਦੀ ਚੱਲ ਦੇ ਨਾਲ ਕਾਹਲੀ ਦੇ ਨਾਲ। ਇਸ ਕਰਕੇ ਉਹ ਸਮਾਂ, ਉਹ ਘੜੀਆਂ ਪਲ ਭਾਗਾਂ ਵਾਲੇ ਸਫਲੇ ਹੋਏ, ਜਿਨ੍ਹਾਂ ਘੜੀਆਂ ਦੇ ਵਿੱਚ ਸੇਵਾ ਹੋਈ, ਸਿਮਰਨ ਹੋਇਆ, ਸਤਸੰਗਤ ਹੋਈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਦਰਸ਼ਨ ਦਿਦਾਰੇ ਮਹਾਂਪੁਰਖਾਂ ਦੀ ਸੰਗਤ ਹੋਈ। ਬਹੁਤ ਹੀ ਉਹ ਸਮਾਂ ਭਾਗਾਂ ਵਾਲਾ ਹੈ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਫਰਮਾਨ ਕਰਦੇ, ਉਮਰਾਂ ਉਹੀ ਲੇਖੇ ਵਿੱਚ ਪੈਂਦੀ, ਜਿਹੜੀ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਮੈਂ ਬੇਨਤੀ ਕਰਾਂ
2-4 ਵਾਰ ਸਾਰੀਆਂ ਸੰਗਤਾਂ ਜਿੱਥੇ ਜਿੱਥੇ ਸਭ ਸੰਗਤ ਬੋਲਣ ਦੀ ਕਿਰਪਾਲਤਾ ਕਰਿਓ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗੁਰੂ ਪਿਆਰੀ ਸੰਗਤ ਜੀ, ਸੱਚਖੰਡ ਵਾਸੀ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ, ਕਾਰ ਸੇਵਾ ਸਰਹਾਲੀ ਸਾਹਿਬ ਵਾਲੇ, ਤਿੰਨਾਂ ਤੋਂ ਵਰਸ ਆਏ ਹੋਏ ਸੰਤ ਬਾਬਾ ਭੋਲਾ ਸਿੰਘ ਜੀ, ਜਿਨ੍ਹਾਂ ਨੇ ਵੱਖ-ਵੱਖ ਪ੍ਰਾਂਤਾਂ ਵਿੱਚ, ਵੱਖ-ਵੱਖ ਇਲਾਕਿਆਂ ਵਿੱਚ, ਵੱਖ-ਵੱਖ ਥਾਵਾਂ 'ਤੇ ਸੇਵਾ ਤੇ ਸਿਮਰਨ ਦਾ ਕੁੰਭ ਲਾਇਆ। ਸੇਵਾ ਤੇ ਸਿਮਰਨ ਦਾ ਕੁੰਭ, ਜਿਸ ਕੁੰਭ ਵਿੱਚ ਆਪ ਜੀ ਸੇਵਾ ਤੇ ਸਿਮਰਨ ਕਰਕੇ, ਸਤਸੰਗਤ ਕਰਕੇ ਚੁੱਭੀਆਂ ਲਾ ਰਹੇ ਹੋ। ਸੇਵਾ ਦੇ ਵਿੱਚ ਤੇ ਸਿਮਰਨ ਕਰਕੇ, ਨਾਲ ਨਾਲ ਸਤਸੰਗਤ ਕਰਕੇ ਚੁੱਭੀਆਂ ਲਾ ਰਹੇ ਹੋ। ਸਾਧ ਸੰਗਤ, ਜਿਸ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਸਤਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜਿੱਥੇ ਨਾਮ ਦੀ ਵਿਚਾਰ ਹੋਵੇ, ਸੇਵਾ ਤੇ ਸਿਮਰਨ ਦੀ ਵਿਚਾਰ ਹੋਏ, ਇਹਨੂੰ ਕਿਹਾ ਜਾਂਦਾ ਸਤਸੰਗਤ। ਸੋ ਐਸੀ ਸਤਸੰਗਤ ਆਪ ਜੀ ਨੂੰ ਪ੍ਰਾਪਤ ਹੋਈ ਹੈ। ਸਾਧੂ ਜਿੱਥੇ ਵੀ ਜਾਂਦੇ ਨੇ, ਰੱਬ ਦੇ ਪਿਆਰੇ ਜਾਂਦੇ ਨੇ, ਉੱਥੇ ਗੁਰੂ ਕੀ ਸਾਧ ਸੰਗਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ, ਸੇਵਾ ਤੇ ਸਿਮਰਨ ਨਾਲ ਜੋੜਦੇ ਨੇ। ਏਕ ਸੰਤ ਏਕ ਰਾਮ। ਸੰਗਤ ਜੀ, ਮਹਾਰਾਜ ਕਹਿੰਦੇ ਹੈ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਰੱਬ ਦੇ ਪਿਆਰੇ ਜਿੱਥੇ ਜਾਂਦੇ ਆ, ਨਾਮ ਜਪਣਾ ਤੇ ਜਪਾਉਣਾ, ਸੇਵਾ ਕਰਨੀ ਤੇ ਕਰਾਉਣੀ ਮਹਾਂਪੁਰਖਾਂ ਦੇ ਹਿੱਸੇ ਆਈ ਹੈ। ਸੋ ਆਪ ਜੀ ਬੜੇ ਵੱਡਿਆਂ ਭਾਗਾਂ ਵਾਲੇ ਹੋ, ਜਿੱਥੇ ਆਪ ਸਮੂਹ ਸੰਗਤਾਂ, ਦੇਸ਼ ਵਾਸੀ ਵੱਖ-ਵੱਖ ਪ੍ਰਾਂਤਾਂ ਵਿੱਚੋਂ, ਬੰਬੇ ਤੋਂ, ਇੰਦੌਰ ਤੋਂ, ਬੜੌਦੇ ਤੋਂ, ਪੰਜਾਬ ਤੋਂ, ਹਰਿਆਣੇ ਤੋਂ, ਸੰਗਤ ਜੀ ਕਲਕੱਤੇ ਤੋਂ, ਗੁਹਾਟੀ ਤੋਂ, ਹੋਰ ਵੀ ਵੱਖ-ਵੱਖ ਪ੍ਰਾਂਤਾਂ ਤੋਂ ਆਪ ਜੀ ਪਹੁੰਚੇ ਹੋ। ਸਾਧ ਸੰਗਤ ਜੀ, ਉੱਥੇ ਨਾਲ ਨਾਲ ਵਿਦੇਸ਼ਾਂ ਵਿੱਚੋਂ ਸੰਗਤ, ਗੁਰੂ ਪਿਆਰੇ, ਰੱਬ ਦੇ ਪਿਆਰੇ ਮਹਾਂਪੁਰਖਾਂ ਦੇ ਨਾਲ ਬਹੁਤ ਹੀ ਪਿਆਰ ਰੱਖਣ ਵਾਲੀਆਂ ਰੂਹਾਂ, ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਬਹਾਦਰ ਸਿੰਘ ਜੀ, ਭਾਈ ਸਾਹਿਬ ਭਾਈ ਸਰੂਪ ਸਿੰਘ ਜੀ, ਹੋਰ ਵੀ ਗੁਰਮੁਖ ਪਿਆਰੇ ਜੋ ਪਹੁੰਚੇ ਨੇ। ਸੰਗਤ ਜੀ, ਇਹ ਪਿਆਰ ਦੀ ਗੱਲ ਹੈ, ਪਿਆਰ ਦੀ ਖੇਡ ਹੈ, ਇਹ ਪਿਆਰ ਦੀ ਬਾਤ ਹੈ। ਕਿਉਂਕਿ ਪਾਣੀ ਨਵਾਉਣ ਨੂੰ ਆਪੇ ਜਾਂਦਾ, ਆਪੇ ਜਾਂਦਾ। ਅਸੀਸ ਜੋ ਅੰਦਰੋਂ ਨਿਕਲੇ ਆਪੇ ਨਿਕਲੇ। ਜੇ ਕਹਿ ਕਹਾ ਕੇ ਕਢਾਈ ਜਾਂ ਬੁਲਾਇਆ ਤਾਂ ਕੀ ਬੁਲਾਇਆ। ਵੱਡਿਆਂ ਭਾਗੇ ਵਾਲੇ ਗੁਰਮੁਖ ਪਿਆਰੀਆਂ ਸੰਗਤਾਂ ਜੋ ਪਿਆਰ ਦੇ ਨਾਲ ਸੇਵਾ ਤੇ ਸਿਮਰਨ ਕਰਦੀਆਂ ਨੇ, ਮਹਾਂਪੁਰਖਾਂ ਦਾ ਬਚਨ ਕਮਾਉਂਦੀਆਂ ਨੇ, ਮਹਾਂਪੁਰਖਾਂ ਦਾ ਬਚਨ ਮੰਨਦੀਆਂ ਨੇ, ਸਾਧ ਸੰਗਤ ਜੀ ਅਸੀਸ ਆਪੇ ਨਿਕਲਦੀ ਹੈ। ਕੋਈ ਵੀ ਗੁਰਮੁਖ ਪਿਆਰਾ ਸੇਵਾ ਸਿਮਰਨ ਭਾਵਨਾ ਦੇ ਨਾਲ ਕਰਦਾ ਹੈ, ਸੰਯੋਗ ਦਿੰਦਾ ਹੈ। ਜੈਸੀ ਵਿੱਤ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਜਿਹੋ ਜਿਹੀ ਭਾਵਨਾ, ਜੈਸਾ ਬਲ ਮਹਾਰਾਜ ਨੇ ਬਖਸ਼ਿਸ਼ ਕੀਤਾ, ਆਪਣਾ ਬਲ ਉਹ ਪੂਰਾ ਲਾਉਂਦਾ, ਪੂਰਾ ਵਰਦਾ ਹੈ। ਉਹਦਾ ਫਲ ਸੰਗਤ ਜੀ ਪਰਮਾਤਮਾ ਨੇ ਦੇਣਾ ਹੈ। ਜਿਵੇਂ ਕਿ ਆਪ ਜੀ ਵੇਖ ਰਹੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਚਾਨਣੀਆਂ ਚੰਦੋਏ ਜੋ ਸੇਵਾਵਾਂ ਗੁਰਮੁਖ ਪਿਆਰੇ ਕਰ ਰਹੇ ਨੇ। ਜਿਵੇਂ ਕਿ ਅੱਜ ਦਰਬਾਰ ਸਾਹਿਬ ਲੱਗਾ ਚੰਦੋਆ ਸਾਹਿਬ, ਭਾਈ ਬਹਾਦਰ ਸੋਹਣਾ ਵੱਲੋਂ ਸੇਵਾ ਮਹਾਰਾਜ ਨੇ ਲਈ ਹੈ। ਕੱਲ੍ਹ ਨੂੰ ਚੰਦੋਏ ਸੈੱਟ ਦੀ ਸੇਵਾ ਹੋਣੀ ਹੈ। ਗੁਰਮੁਖ ਪਿਆਰੇ ਭਾਈ ਜਸਵੀਰ ਸਿੰਘ ਜੀ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ, ਚੰਦੋਆ ਸੈੱਟ ਲੈ ਕਰਕੇ ਆਏ ਨੇ ਨਵਾਂ। ਗੁਰਮੁਖ ਪਿਆਰਿਓ, ਸਵੇਰੇ ਸਵੇਰੇ ਸੇਵਾ ਹੋਣੀ ਹੈ, ਕੱਲ੍ਹ ਪੰਡਾਲ ਵਿੱਚ ਲੱਗਣਾ।
ਐਸੀਆਂ ਸੇਵਾਵਾਂ ਯੋਗਦਾਨ ਜਿਹੜਾ ਵੀ ਕੋਈ ਗੁਰਮੁਖ ਪਿਆਰਾ ਪਾਉਂਦਾ ਹੈ ਉਹਦਾ ਫਲ ਸਤਿਗੁਰੂ ਜੀ ਨੇ ਦੇਣਾ ਹੀ ਦੇਣਾ ਹੈ। ਪਤਿਤ ਪਾਵਨ ਹਰਿ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ, ਇੱਕ ਤਿਲ ਨਹੀਂ ਭੰਨੈ ਘਾਲੇ। ਸੋ ਸੰਗਤ ਜੀ, ਸੇਵਾ ਦਾ ਸਿਮਰਨ ਦਾ ਫਲ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਕੋਈ ਵੀ ਕਰੇ, ਇੱਥੇ ਕੋਈ ਵਿਤਕਰਾ ਨਹੀਂ। ਦਾਸ ਸਟੇਜ ਤੇ ਬੈਠਾ ਵੇਖ ਰਿਹਾ ਸੀ, ਸ਼ਹਿਰ ਵਾਸੀ ਹਿੰਦੂ ਵੀਰ ਗੁਰਮੁਖ ਪਿਆਰੇ ਆ ਕਰਕੇ ਨਕਮਸਤਕ ਹੋ ਰਹੇ ਸਨ, ਦਰਸ਼ਨਦਾਰੇ ਕਰ ਰਹੇ ਸਨ। ਸੋ ਸਿੰਘ ਸਾਹਿਬ ਜੀ ਲੱਗੇ ਸਨ, ਹੋਰ ਵੀ ਗੁਰਮੁਖ ਪਿਆਰੀਆਂ ਰੂਹਾਂ ਜੋ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਪਹੁੰਚੇ ਸਨ, ਜਿਸ ਕਰਕੇ ਸੰਗਤ ਜੀ ਉਹ ਵੀ ਇੰਤਜ਼ਾਰ ਕਰ ਰਹੇ ਸਨ, ਉਡੀਕ ਰਹੇ ਸਨ। ਦਰਸ਼ਨਦਾਰੇ ਕਰਕੇ ਪ੍ਰਸ਼ਾਦਾ ਪਾਣੀ ਛਕ ਕਰਕੇ ਫਿਰ ਵਿਦਾਇਗੀਆਂ ਲੈ ਕਰਕੇ ਗਏ। ਇੱਥੇ ਕੋਈ ਵਿਤਕਰਾ ਨਹੀਂ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰਾ ਸੋ ਕਲਮ ਹੈ, ਘਟ ਘਟ ਨਾਨਕ ਮਾਂਝਾ। ਕੋਈ ਵੀ ਪਿਆਰ ਕਰਦਾ ਹੈ ਉਹਦਾ ਫਲ ਸਤਿਗੁਰੂ ਜੀ ਉਹਨੂੰ ਦਿੰਦੇ ਆ। ਇਸ ਕਰਕੇ ਬੜੇ ਵੱਡੇ ਭਾਗਾਂ ਵਾਲੇ ਹੋ। ਆ ਮਹਾਂਪੁਰਖਾਂ ਦੇ ਨਾਲ ਪਿਆਰ ਭਾਵਨਾ ਔਰ ਮਾਣ ਤੇ ਸਨਮਾਨ ਦਿੰਦੇ ਹੋ, ਕਰਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਕਰਦੇ ਹੋ, ਇਹਦਾ ਫਲ ਪਰਮਾਤਮਾ ਨੇ ਦੇਣਾ ਹੀ ਦੇਣਾ। ਇਸ ਕਰਕੇ ਧੰਨਵਾਦ ਆ ਸਮੂਹ ਸੰਗਤਾਂ ਦਾ। ਸਾਰੀਆਂ ਸੰਗਤਾਂ ਜੋ ਵੀ ਦੂਰੋਂ ਨੇੜਿਓਂ ਚੱਲ ਕਰਕੇ ਵੱਖ-ਵੱਖ ਪ੍ਰਾਂਤਾਂ ਤੋਂ ਆਏ ਹੋ, ਦੇਸ਼ਾਂ ਵਿਦੇਸ਼ਾਂ ਵਿੱਚੋਂ ਆਏ ਹੋ, ਕੈਨੇਡਾ ਵਿੱਚੋਂ ਗੁਰਮੁਖ ਪਿਆਰੇ ਆਏ ਨੇ। ਭਾਈ ਗੁਰਜੀਤ ਸਿੰਘ ਜੀ ਗੁਰਮੁਖ ਪਿਆਰੇ ਭਾਵਨਾ ਦੇ ਨਾਲ ਸਤਿਗੁਰੂ ਜੀ ਨੇ ਸੇਵਾ ਲਈ ਹੈ, ਉਹਨਾਂ ਕੀਤੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਸੇਵਾ ਦਾ ਫਲ ਉਹ ਮਿਲਣਾ ਹੀ ਮਿਲਣਾ। ਭਾਈ ਬਹਾਦਰ ਸਿੰਘ ਜੀ ਜੱਗ ਲੱਗਾ ਹੋਇਆ ਵਨ ਬੀਟ, ਸਾਰੇ ਹੀ ਫ੍ਰੀ ਆਪਰੇਸ਼ਨ, ਭਾਵੇਂ ਅੱਖਾਂ ਦੇ ਭਾਵੇਂ ਸਰਜਰੀਆਂ ਤੇ ਮੈਡੀਕਲ ਮੈਡੀਸਨ ਤੱਕ ਸਾਰਾ ਫ੍ਰੀ। ਇਹ ਜੋ ਫਲ ਹੈ ਸੇਵਾ ਹੈ ਸੰਗਤ ਜੀ, ਇਹਦਾ ਮਹਾਤਮ ਸਤਿਗੁਰੂ ਨੇ ਦੇਣਾ ਹੀ ਦੇਣਾ ਹੈ। ਇਸ ਤਰ੍ਹਾਂ ਇੱਥੇ ਵੀ ਕੱਲ੍ਹ ਤੋਂ ਤਕਰੀਬਨ 11 ਵਜੇ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ। ਉਸ ਤੋਂ ਬਾਅਦ ਕੀਰਤਨ ਪ੍ਰਾਰੰਭ ਹੋਵੇਗਾ, ਕਿਉਂਕਿ ਇਸ ਦੀ ਸੇਵਾ ਦਾ ਯੋਗਦਾਨ ਵੀ ਸਤਿਗੁਰੂ ਜੀ ਕਿਰਪਾ ਕਰਕੇ ਸਿਰ ਤੇ ਹੱਥ ਰੱਖ ਕੇ ਭਾਈ ਬਹਾਦਰ ਸੋਹਣਾ ਤੋਂ ਲੈ ਰਹੇ ਨੇ। ਹੋਰ ਗੁਰਮੁਖ ਪਿਆਰੀਆਂ ਰੂਹਾਂ ਭਾਈ ਨਿਰਮਲ ਸਿੰਘ ਜੀ, ਹੋਰ ਵੀ ਅਮਰੀਕਾ ਕੈਨੇਡਾ ਵੱਖ-ਵੱਖ ਦੇਸ਼ਾਂ ਵਿੱਚੋਂ ਵੱਖ-ਵੱਖ ਪ੍ਰਾਂਤਾਂ ਵਿੱਚੋਂ ਆਪ ਸਮੂਹ ਸੰਗਤਾਂ ਤਨ ਮਨ ਧਨ ਨਾਲ ਸੇਵਾ ਕਰ ਰਹੇ ਹੋ। ਸੰਗਤ ਜੀ, ਆਪ ਸਾਰਿਆਂ ਦੇ ਸਮੂਹ ਸੰਪਰਦਾ ਅਸੀਂ ਸਦਾ ਆਪ ਜੀ ਦੇ ਰਿਣੀ ਹਾਂ। ਕਿਉਂ ਰਿਣੀ ਹਾਂ? ਆਪ ਜੀ ਮੋਢੇ ਨਾਲ ਮੋਢਾ ਜੋੜ ਕਰਕੇ ਜਿੱਥੇ ਇੱਥੇ ਮਹਾਂਪੁਰਖ ਜਾਂਦੇ ਨੇ, ਚਾਹੇ ਉਹ ਬੰਬਾ ਦੇ ਸ਼ਹਿਰ ਹੈ, ਬੰਬਈ ਸ਼ਹਿਰ ਹੈ, ਅੰਦੌਰ ਸ਼ਹਿਰ ਹੈ, ਸੋ ਗੁਰੂ ਪਿਆਰਿਓ ਬੜੌਦਾ ਸ਼ਹਿਰ ਹੈ, ਕੋਟਾ ਸ਼ਹਿਰ ਹੈ, ਗੁਹਾਟੀ ਹੈ, ਕਲਕੱਤਾ ਹੈ, ਸਾਰਿਆਂ ਹੀ ਸਟੇਟਾਂ ਵਿੱਚ ਮਹਾਂਪੁਰਖ ਜਾਂਦੇ ਨੇ। ਸੰਗਤ ਜੀ, ਆਪ ਦੀ ਸੰਯੋਗ ਦਿੰਦੇ ਹੋ। ਸਾਰਿਆਂ ਦੇਸ਼ਾਂ ਵਿੱਚ ਮਹਾਂਪੁਰਖ ਜਾਂਦੇ ਨੇ, ਆਪ ਦੀ ਬਹੁਤ ਭਾਰੀ ਪਿਆਰ ਤੇ ਸੰਯੋਗ ਦਿੰਦੇ ਹੋ। ਇਸ ਕਰਕੇ ਪਿਆਰ ਦਾ ਮੁੱਲ ਕੋਈ ਨਹੀਂ, ਪਿਆਰ ਦੀ ਕੀਮਤ ਕੋਈ ਨਹੀਂ। ਆਪ ਸੰਗਤ ਦਾ ਸਦਾ ਅਸੀਂ ਆਪ ਦਾ ਧੰਨਵਾਦੀ ਹਾਂ, ਆਪ ਦਾ ਰਿਣੀ ਹਾਂ। ਆਪ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਆਪ ਸੰਗਤਾਂ ਨੂੰ ਜੀ ਆਇਆਂ ਨੂੰ। ਜਿੱਥੇ ਆਪ ਸਮੂਹ ਸੰਗਤਾਂ ਪਹੁੰਚੇ ਹੋ, ਉੱਥੇ ਮਹਾਂਪੁਰਖਾਂ ਦੇ ਸੰਪਰਦਾ ਦੇ ਜਥੇਦਾਰ ਬਾਬਾ ਜੀ, ਬਾਬਾ ਸ਼ਿੰਦਰ ਸਿੰਘ ਜੀ, ਬਾਬਾ ਗਿਆਨ ਸਿੰਘ ਜੀ, ਬਾਬਾ ਮਨਜੀਤ ਸਿੰਘ ਜੀ, ਬਾਬਾ ਤੇਗ ਸਿੰਘ ਜੀ, ਬਾਬਾ ਮਰੀਕ ਸਿੰਘ ਜੀ, ਔਰ ਹਜ਼ੂਰ ਸਾਹਿਬ ਦੇ ਸੰਪਰਦਾ ਦੇ ਮਹਾਂਪੁਰਖਾਂ ਦੇ ਜਥੇਦਾਰ ਬਾਬਾ ਮੋਹਨ ਸਿੰਘ ਜੀ, ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹਾਂਪੁਰਖ ਪਹੁੰਚੇ ਹੋਏ ਸਨ। ਸੰਗਤ ਜੀ, ਮਹਾਂਪੁਰਖਾਂ ਦੇ ਭਾਈ ਸਾਹਿਬ ਦੋਨੋਂ ਹੀ, ਬਾਬਾ ਕਸ਼ਮੀਰ ਸਿੰਘ ਜੀ, ਬਾਬਾ ਦਿਲਬਾਗ ਸਿੰਘ ਜੀ, ਕਿਹਦਾ ਨਾਂ ਲਈਏ, ਸਾਰੇ ਰੱਬ ਦੇ ਪਿਆਰ ਵਾਲੇ ਇੱਥੇ ਪਹੁੰਚੇ ਹੋਏ ਨੇ। ਸੰਗਤ ਜੀ, ਆਪ ਇਸ ਸਰੋਵਰ ਵਿੱਚ, ਇਸ ਜਲ ਵਿੱਚ, ਸੰਗਤ ਦੇ ਸੇਵਾ ਦੇ ਸਿਮਰਨ ਦੇ ਕੁੰਭ ਵਿੱਚ ਆਪ ਚੁੱਭੀਆਂ ਲਾ ਰਹੇ ਹੋ। ਬਹੁਤ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਬਹੁਤ ਵੱਡਿਆਂ ਭਾਗਾਂ ਵਾਲੀ ਗੱਲ ਹੈ। ਸੋ ਬੇਨਤੀਆਂ ਪ੍ਰਵਾਨ ਕਰਿਓ। ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਸ੍ਰੀ ਅਖੰਡ ਪਾਠਾਂ ਦੇ ਭੋਗ ਆਰੰਭ ਹੋਣਗੇ। 10 ਵਜੇ ਸੰਭਾਵਤੀ, ਨਾਲ ਹੀ ਇੱਥੇ ਸਟੇਜ ਦੀ ਪ੍ਰਾਰੰਭਤਾ ਹੋਵੇਗੀ। ਉਸ ਤੋਂ ਬਾਅਦ ਫਿਰ ਇੱਥੇ ਦੀਵਾਨ ਚੱਲਦੇ ਰਹਿਣਗੇ ਔਰ 11 ਵਜੇ ਉੱਥੇ ਭੋਗਾਂ ਦੀ ਸਮਾਪਤੀ ਹੋਵੇਗੀ ਦਸ਼ਮੇਸ਼ ਆਈ ਹਸਪੀਟਲ। ਅਤੇ ਉਸ ਤੋਂ ਬਾਅਦ ਕੀਰਤਨ CMO ਸਾਹਿਬ ਜੋ ਡਾਕਟਰੀ ਲਾਈਨ ਦੇ ਸਭ ਤੋਂ ਵੱਡੇ ਇੰਚਾਰਜ ਨੇ, ਤੇ DM ਸਾਹਿਬ, SDM ਸਾਹਿਬ,
ਸੀਓ ਸਾਹਿਬ, ਬਹੁਤ ਉੱਚ ਅਧਿਕਾਰੀ, ਗੁਰਮੁਖ ਪਿਆਰੇ ਕਪਤਾਨ ਵਰਗੇ ਸਾਰੇ ਪਹੁੰਚ ਰਹੇ ਨੇ। ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਵੀ ਇਹ ਆਪਣੀਆਂ ਚੈੱਕਅਪ ਵਗੈਰਾ, ਅੱਖਾਂ ਦੇ ਆਪਰੇਸ਼ਨ, ਅੱਖਾਂ ਚੈੱਕਅਪ ਕਰਾਈਆਂ ਨੇ, ਪਰਚੀਆਂ ਬਣਾਈਆਂ ਨੇ, ਸਵੇਰੇ ਆਪਰੇਸ਼ਨ ਹੋਣੇ ਨੇ, ਤਿਆਰੀ ਕਰਕੇ ਪਹੁੰਚ ਜਾਓ ਸਮੇਂ ਸਮੇਂ ਸਿਰ। ਇਹ ਸੇਵਾ ਸਵੇਰੇ ਆਰੰਭ ਹੋਣਗੀਆਂ, ਜਿਸ ਦਾ ਉਦਘਾਟਨ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਨੂੰ ਤੋਂ ਵਰਸਾਏ ਹੋਏ ਸੰਤ ਬਾਬਾ ਘੋਲਾ ਸਿੰਘ ਜੀ, ਸਾਰੇ ਮਹਾਂਪੁਰਖ ਜਥੇਦਾਰ ਅਤੇ ਸੀਐਮਓ ਸਾਹਿਬ ਤੇ ਸਾਰੇ ਉੱਚ ਅਧਿਕਾਰੀ, ਭਾਈ ਬਹਾਦਰ ਸਿੰਘ ਜੀ, ਹੋਰ ਗੁਰਮੁਖ ਪਿਆਰੇ ਭਾਈ ਨਿਰਮਲ ਸਿੰਘ ਜੀ, ਇਲਾਕੇ ਦੀਆਂ ਸ਼ਖਸੀਅਤਾਂ ਪਹੁੰਚ ਕਰਕੇ ਉਦਘਾਟਨ ਕਰਨਗੀਆਂ। ਸੰਗਤ ਜੀ, ਆਪ ਜੀ ਨੇ ਇੱਥੇ ਵੀ ਹਾਰੀਆਂ ਭਰਨੀਆਂ ਨੇ, ਉੱਥੇ ਵੀ ਹਾਰੀਆਂ ਭਰਨੀਆਂ ਨੇ, ਪਰ ਉਸ ਤੋਂ ਬਾਅਦ ਫਿਰ ਆ ਕਰਕੇ ਪੰਡਾਲ ਵਿੱਚ ਬਹਿਣ ਦੀ ਕਿਰਪਾਲਤਾ ਕਰਨੀ ਹੈ, ਕਿਉਂਕਿ ਇਹ ਜ਼ਰੂਰੀ ਹੈ। ਘਰਾਂ ਦੇ ਕੰਮ ਛੱਡੇ, ਕੰਮਕਾਰ ਛੱਡੇ, ਬਹੁਤ ਕੀਮਤੀ ਸਮਾਂ ਕੱਢਿਆ, ਆ ਕਰਕੇ ਇੱਥੋਂ ਫਿਰ ਵੀ ਖਾਲੀ ਚਲੇ ਗਏ। ਗੱਲ ਬਣੀ ਨਾ, ਗੱਲ ਬਣੀ ਨਾ। ਉਮਰਾਂ ਉਹੀ ਲੇਖੇ ਵਿੱਚ ਪੈਂਦੀ ਜਿਹੜੀ ਯਾਦ ਸਾਈਂ ਦੀ ਗੁਜਰੇ, ਪੈਂਦੀ ਮੁਜਰੇ ਉਹ ਲੇਖੇ ਵਿੱਚ ਹੈ। ਜੇ ਇੱਧਰ ਉੱਧਰ ਘੁੰਮ ਘੁਮਾ ਕੇ ਚਲੇ ਗਏ ਤੇ ਮਹਾਂਪੁਰਖਾਂ ਦਾ ਕਥਨ ਹੈ, ਮੇਰਾ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ ਹੈ, ਮਹਾਂਪੁਰਖਾਂ ਦੇ ਕਥਨ ਨੇ। ਕਿਉਂਕਿ ਖਾਲੀ ਜਾਣਾ ਵੀ ਇੱਕ ਚੰਗੀ ਗੱਲ ਨਹੀਂ। ਹੇਠ ਪਰਾਲੀ ਕੁੱਤੇ ਸੱਲੇ ਜਿਹੋ ਜਿਹੇ ਆਏ ਉਹ ਜੇ ਚੱਲੇ ਵਾਲੀ ਗੱਲ ਨਾ ਬਣੇ। ਸੰਗਤ ਜੀ, ਝੋਲੀਆਂ ਭਰ ਕੇ ਜਾਣਾ ਹੈ, ਸੇਵਾ ਦਾ ਲਾਹ ਖੱਟ ਕੇ ਜਾਣਾ ਹੈ, ਇੱਥੋਂ ਕੁਝ ਲੈ ਕੇ ਜਾਣਾ ਹੈ। ਫਰੀਦਾ ਜਾ ਤੂੰ ਖੱਟਣ ਵੈਲ ਤਾਂ ਤੂੰ ਰੱਤਾ ਦੁਨੀ ਸਿਓ, ਇਹ ਨਹੀਂ ਕਰਨਾ, ਲਾਹ ਲੈ ਕਰਕੇ ਜਾਣਾ ਹੈ। ਬੇਨਤੀਆਂ ਪ੍ਰਵਾਨ ਕਰੋ, ਸਮੇਂ ਸਮੇਂ ਸਿਰ ਪਹੁੰਚੋ। ਸੇਵਾ ਵਿੱਚ, ਸਿਮਰਨ ਵਿੱਚ, ਸੰਗਤ ਵਿੱਚ ਬੈਠ ਕਰਕੇ ਸਮਾਧੀਆਂ ਲਾ ਕੇ ਬੈਠੋ, ਕਿਉਂਕਿ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਮਰ ਕਹਿੰਦੇ ਆ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੂੜਿਆਰ ਕੂੜਿਆਰੀ ਜਾਏ ਰਲੇ। ਜਿਹੜੇ ਕੂੜਿਆਰ ਕੁੜਿਆਰੀ ਨੇ ਉਹਨਾਂ ਬਹਿ ਕੇ ਗੱਲਾਂ ਬਾਤਾਂ ਹੋਰ ਇੱਧਰ ਉੱਧਰ ਦਾ ਝੂਠ ਨਿੰਦਿਆ ਚੁਗਲੀ ਕੀਤੀ, ਪਰ ਕੀ ਖੱਟਿਆ ਖੱਟਿਆ ਉਹਨਾਂ ਨੇ ਸਚਿਆਰ ਸਿੱਖ ਬਣ ਕੇ ਬੈਠੇ ਮਹਾਰਾਜ ਹਜ਼ੂਰੀ ਵਿੱਚ, ਮਹਾਰਾਜ ਸਭ ਦੇ ਸਨਮੁਖ। ਇਸ ਕਰਕੇ ਸਚਿਆਰ ਸਿੱਖ ਬਣ ਕੇ ਆਉਣਾ ਹੈ, ਸਚਿਆਰ ਸਿੱਖ ਬਣ ਕੇ ਬਹਿਣਾ ਹੈ, ਜਿਸ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ, ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਅਵੱਚ ਹੋਣਗੀਆਂ। ਕਿਉਂਕਿ ਜਿਹੜਾ ਵੀ ਕੋਈ ਗੁਰਮੁਖ ਪਿਆਰਾ ਸੇਵਾ ਭਾਵਨਾ ਦੇ ਨਾਲ, ਸੰਗਤ ਭਾਵਨਾ ਦੇ ਨਾਲ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਇਸ ਕਰਕੇ ਭਾਵਨਾ ਪਿਆਰ ਨਾਲ ਸੇਵਾ ਕਰੋ, ਸਿਮਰਨ ਕਰੋ, ਸੰਗਤ ਕਰੋ ਔਰ ਮਹਾਂਪੁਰਖਾਂ ਦਾ ਬਚਨ ਜ਼ਰੂਰ ਮੰਨੋ। ਬੇਨਤੀਆਂ ਪ੍ਰਵਾਨ ਕਰਿਓ ਸਾਰੇ ਲਾਈਵ ਵਾਲੇ ਵੀਰਾਂ ਦਾ, ਜਿਹੜੇ ਜਿਹੜੇ ਗੁਰਮੁਖ ਪਿਆਰੇ ਪਹੁੰਚੇ ਨੇ, ਸਾਰਿਆਂ ਦਾ ਧੰਨਵਾਦ, ਸਾਰੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਸਾਰੀਆਂ ਸੰਗਤਾਂ ਨੂੰ ਮਹਾਂਪੁਰਖਾਂ ਵੱਲੋਂ, ਸੰਤ ਬਾਬਾ ਘੋਲਾ ਸਿੰਘ ਜੀ ਹੁਣਾਂ ਵੱਲੋਂ, ਸਮੁੱਚੀ ਸੰਪਰਦਾਇ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ। ਪਿਆਰ ਨਾਲ ਫਤਿਹ ਬੁਲਾਓ। ਮਹਾਰਾਜ ਸਾਹਿਬ ਜੀ ਆਪਣੇ ਆਸਨਾਂ ਵੱਲ ਜਾਣਗੇ, ਫਿਰ ਸਾਰੀਆਂ ਸੰਗਤਾਂ ਨੇ ਆਪਣੇ ਆਪਣੇ ਪੜਾਵਾਂ ਤੇ ਆਸਨਾਂ ਤੇ ਜਾਣਾ ਹੈ। ਪਿਆਰ ਨਾਲ ਫਤਿਹ ਬੁਲਾਓ, ਫਤਿਹ ਗੱਜ ਕੇ ਬੁਲਾਇਆ ਕਰੋ। ਬੁਲਾਇਆ ਕੋਈ ਵੀ ਹੋਵੇ, ਪਿਆਰ ਨਾਲ ਫਤਿਹ ਬੁਲਾਇਆ ਕਰੋ, ਗੱਜ ਕਰਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਦੇ ਆ ਗਏ ਯਾਰ।
ਬੋਲੇ ਸੋ ਨਿਹਾਲ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਗੁਰ ਸਿੱਖੀ ਸੋ ਥਾਨ ਪਾਲਿਆ, ਲੈ ਤੁਰਮੁਖ ਲਾਵਾ, ਤੁਰਮੁਖ ਲਾਵਾ। ਗੁਰ ਥਾਏ ਪਾਈ ਜਿਨ ਹਰ ਨਾਮ ਤੇ ਆਵਾ, ਨਾਮ ਤੇ ਆਵਾ। ਜਿਨ ਨਾਨਕ ਸਤ ਪੂਜਿਆ, ਤਿਨ ਹਰ ਪੂਜ ਕਰਾਵਾ, ਪੂਜ ਕਰਾਵਾ। ਜਿੱਥੇ ਜਾਏ ਸਤਿਗੁਰੂ, ਸੋ ਥਾਨ ਸੁਹਾਵਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ ਸਤ